ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਡਾਕਟਰ ਕੇਹਰ ਸਿੰਘ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਧੰਨਵਾਦ ਜੀ ਸੁਖਵਿੰਦਰ ਜੀ। ਸ਼ੁਕਰੀਆ ਡਾਕਟਰ ਸਾਹਿਬ। ਜਿਸ ਤਰੀਕੇ ਦੇ ਨਾਲ ਪੰਜਾਬ 'ਚ ਅਫਸਰਸ਼ਾਹੀ ਬਗਾਵਤ ਦੇ ਰਾਹ ਤੇ ਤੁਰੀ ਆ, ਸਰਕਾਰ ਕਹਿੰਦੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਹੈ। ਪਿਛਲੇ ਦਿਨੀ ਇੱਕ ਪੀਸੀਐਸ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਪਹਿਲਾਂ ਇੱਕ ਆਈਏਐਸ ਅਧਿਕਾਰੀ ਦਾ ਨਾਮ ਵਿਜੀਲੈਂਸ ਨੇ ਸੁੰਦਰ ਸ਼ਾਮ ਅਰੋੜਾ, ਜਿਹੜੇ ਸਾਬਕਾ ਮੰਤਰੀ ਰਹੇ ਨੇ, ਉਸ ਕੇਸ ਦੇ ਵਿੱਚ ਪਾਇਆ ਸੀਗਾ। ਆਈਏਐਸ ਲੌਬੀ ਵੀ ਸਰਕਾਰ ਦੇ ਖਿਲਾਫ ਨਜ਼ਰ ਆ ਰਹੀ ਹੈ ਤੇ ਬਾਕੀ ਜਿੰਨੀ ਅਫਸਰਸ਼ਾਹੀ ਹੈ, ਡੀਸੀ ਦਫ਼ਤਰ ਦੇ ਮੁਲਾਜ਼ਮ ਹੋ ਗਏ ਜਾਂ ਉਸ ਪੱਧਰ ਦੀ ਅਫਸਰਸ਼ਾਹੀ, ਉਹ ਸਾਰੀ ਸਰਕਾਰ ਦੇ ਖਿਲਾਫ ਨਜ਼ਰ ਆ ਰਹੀ ਹੈ। ਇਹਨੂੰ ਹੁਣ ਕਿਸ ਨਜ਼ਰੀਏ ਤੋਂ ਦੇਖਿਆ ਜਾਵੇ ਕਿ ਕੀ ਸਰਕਾਰ ਵਾਕਈ ਇਮਾਨਦਾਰੀ ਦੇ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਕਰ ਰਹੀ ਹੈ, ਜਾਂ ਫਿਰ ਅਫਸਰਸ਼ਾਹੀ ਨੂੰ ਲੈ ਕੇ ਸਰਕਾਰ ਦਾ ਸਟੈਂਡ ਕਿੱਦਾਂ ਦਾ ਹੋਵੇ ਕਿ ਉਹਨਾਂ ਤੋਂ ਅਸੀਂ ਕੰਮ ਕਿੱਦਾਂ ਸਾਫ਼ ਸੁਥਰੇ ਤਰੀਕੇ ਦੇ ਨਾਲ, ਇਮਾਨਦਾਰੀ ਦੇ ਨਾਲ ਕੰਮ ਲੈਣੇ ਨੇ। ਜਦੋਂ ਇਹਨਾਂ ਹਾਲਾਤ ਆਪਾਂ ਫੌਜਾ ਸਿੰਘ ਸਰਾਰੀ ਦੀ ਖਬਰ ਨੂੰ ਵੀ ਦੇਖਦੇ ਹਾਂ ਕਿ ਉਹ ਵੀ ਜਦੋਂ ਹੁੰਦੀ ਹੈ, ਉਸ ਤੋਂ ਪਹਿਲਾਂ ਵਿਜੇ ਸਿੰਗਲਾ ਹੋਰਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਭ੍ਰਿਸ਼ਟਾਚਾਰ ਤਾਂ ਚੱਲ ਰਿਹਾ, ਸਭ ਨੂੰ ਪਤਾ ਚੱਲ ਰਿਹਾ, ਕਿਸ ਪੱਧਰ ਤੱਕ ਚੱਲ ਰਿਹਾ ਉਹ ਸਰਕਾਰ ਨੂੰ ਵੀ ਪਤਾ। ਪਰ ਕੀ ਇਹ ਕਿਤੇ ਪਿਕ ਐਂਡ ਚੂਜ਼ ਵਾਲਾ ਕੰਮ ਤਾਂ ਨਹੀਂ ਹੋ ਰਿਹਾ ਕਿ ਜਿਹੜੇ ਅਫਸਰ ਆਖੇ ਨਹੀਂ ਲੱਗਦੇ ਜਾਂ ਜਿਹੜੇ ਅਫਸਰ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦੇ ਫਿੱਟ ਨਹੀਂ, ਉਹਨਾਂ ਉੱਤੇ ਕੁਝ ਇਹੋ ਜਿਹਾ, ਜਾਂ ਫਿਰ ਸਰਕਾਰ ਵਾਕਈ ਚਾਹੁੰਦੀ ਹੈ ਕਿ ਅਸੀਂ ਅਫਸਰਸ਼ਾਹੀ ਨੂੰ ਸਿੱਧਾ ਕਰੀਏ? ਲੋਕ ਵੀ ਕਹਿੰਦੇ ਨੇ ਕਿ ਅਫਸਰਸ਼ਾਹੀ ਦੇ ਵਿੱਚ ਵੀ ਬਹੁਤ ਇਹੋ ਜਿਹੀਆਂ ਕਾਲੀਆਂ ਭੇਡਾਂ ਬੈਠੀਆਂ। ਸੁਖਵਿੰਦਰ ਜੀ, ਇਹ ਮਸਲਾ ਜਿਹੜਾ ਨਾ ਕਰਪਸ਼ਨ ਦਾ, ਐਡਮਿਨਿਸਟ੍ਰੇਸ਼ਨ ਚ ਬਿਊਰੋਕ੍ਰੇਸੀ ਦਾ, ਇਹ ਬੜਾ ਗੁੰਝਲਦਾਰ ਹੈ ਵੀ ਆਪਾਂ ਇਹਦੇ ਬਾਰੇ ਨਾ ਇੱਕ ਜੇ ਤੇ ਬਿਨਾਂ ਪ੍ਰੈਜੁਡਿਸ ਤੋਂ ਗੱਲ ਕੀਤੀ ਜਾਏ ਵੀ ਜੋ ਤੱਥ ਹੈ ਉਹਨੂੰ ਜੇ ਧਿਆਨ ਵਿੱਚ ਰੱਖਿਆ ਜਾਏ ਤੇ ਸੱਚ ਇਹੀ ਹੈ ਕਿ ਕਰਪਸ਼ਨ ਤੇ ਹੈ ਜ਼ਰੂਰ, ਕਿਉਂਕਿ ਆਪਾਂ ਜਨ ਸਧਾਰਨ ਜਿਹੜਾ ਹੈ ਉਹ ਕਿਸੇ ਮਹਿਕਮੇ ਵਿੱਚ ਚਲੇ ਜਾਏ, ਆਪਾਂ ਨੂੰ ਪਤਾ ਹੈ ਵੀ ਰਿਸ਼ਵਤ ਬਿਨਾਂ ਕੰਮ ਨਹੀਂ ਹੁੰਦਾ। ਜਿਹੜੇ ਹੁਣ ਦੇਖੋ ਆਪਾਂ ਨੂੰ ਤਿੰਨ ਮਹਿਕਮਿਆਂ ਨਾਲ ਮੁੱਖ ਕੰਮ ਆਪਾਂ ਨੂੰ ਪੈਂਦਾ ਨਾ, ਜਿਹੜੇ ਫੀਲਡ ਦੇ ਵਿੱਚ, ਚਾਹੇ ਪੁਲਿਸ ਹੋਏ, ਚਾਹੇ ਕਚਹਿਰੀ ਹੋਏ, ਆਪਾਂ ਰੈਵਨਿਊ ਡਿਪਾਰਟਮੈਂਟ ਯਾਨੀ ਤਹਿਸੀਲ ਦਾ ਆਪਾਂ ਕਹਿੰਦੇ ਹਾਂ, ਤੇ ਜਾਂ ਕੋਈ ਹੋਰ ਦਫ਼ਤਰ ਚਲਾ ਜਾਏ, ਚਾਹੇ ਆਰਟੀਏ 'ਚ ਤੁਸੀਂ ਚਲੇ ਜਾਓ। ਤੁਸੀਂ ਦੇਖੋ, ਮੇਰਾ ਨਿੱਜੀ ਤਜਰਬਾ ਇਹ ਹੈ ਕਿ ਇਹ ਉੱਥੇ ਜਿੰਨਾ ਚਿਰ ਤੁਸੀਂ ਕੋਈ ਏਜੰਟ ਉੱਥੇ ਬੈਠੇ ਹੋਏ ਹੈ, ਉਹਨਾਂ ਏਜੰਟਸ ਦੇ ਥਰੂ ਤੁਸੀਂ ਆਪਣਾ ਕੇਸ ਪ੍ਰੋਸੈਸ ਨਹੀਂ ਕਰਵਾਉਂਦੇ ਤੇ ਤੁਹਾਡਾ ਕੇਸ ਉਹ ਕੰਮ ਹੁੰਦਾ ਨਹੀਂਗਾ, ਉਹ ਲਟਕਦਾ ਰਹਿੰਦਾ। ਤੇ ਉਹ ਜਿਹੜੇ ਏਜੰਟ ਬੈਠੇ ਹੈ ਉਹਨਾਂ ਨੇ ਉਹ ਪੈਸੇ ਤੁਹਾਡੇ ਕੋਲੋਂ ਲੈਣੇ ਹੀ ਹੁੰਦੇ ਆ, ਯਾਨੀ ਕਿ ਜ਼ਾਹਰਾ ਤੌਰ ਤੇ। ਇੱਕ ਤਾਂ ਹੁੰਦਾ ਨਾ ਲੁੱਕ ਲੁਕਾ ਕੇ, ਕੋਈ ਲੁੱਕ ਲੁਕਾ ਨਹੀਂ, ਉਹਨਾਂ ਨੇ ਉਹ ਜ਼ਾਹਰਾ ਤੌਰ ਤੇ ਕਿਹਾ ਵੀ ਇੰਨੇ ਪੈਸੇ ਅਸੀਂ ਲੈਣੇ ਆ, ਇੰਨੇ ਅਸੀਂ ਉਹਨਾਂ ਨੂੰ ਦੇਣੇ ਆ ਉੱਪਰ ਵਾਲਿਆਂ ਨੂੰ। ਇਹ ਸੱਚ ਹੈ। ਇਹ ਹੁਣ ਘਟ ਗਿਆ ਹੋਵੇ ਨਾ ਘਟ ਗਿਆ ਹੋਵੇ, ਮੇਰੇ ਆਪਣੇ ਨਿੱਜੀ ਤਜਰਬੇ 'ਚ ਹੈ ਕਿ ਇਹ ਸਾਰੇ ਹੀ ਦਫ਼ਤਰਾਂ ਦੇ ਵਿੱਚ ਇਹ ਗੱਲ ਹੈਗਾ, ਹਿੱਸਾ ਪੱਤੀ ਹੈਗੀ ਹੈ। ਹੁਣ ਇਹ ਜਿਹੜੀ ਹੈ ਆਫੀਸਰ ਲੋਕ ਜਿਹੜੇ ਆ ਜਿਨ੍ਹਾਂ ਨਾਲ ਗੱਲ ਕਰਦੇ ਆ, ਜਿਨ੍ਹਾਂ ਨਾਲ ਤੁਹਾਡੀ ਵੀ ਹੁੰਦੀ ਹੋਣੀ ਆ, ਉਹ ਕਹਿੰਦੇ ਵੀ ਸਾਡਾ ਹਿੱਸਾ ਪੱਤੀ ਤੇ ਉੱਪਰ ਤੱਕ ਜਾਂਦਾ ਹੈ। ਹੁਣ ਜਦੋਂ ਇਹ ਸਿਸਟਮ, ਜਿਹਨੂੰ ਆਪਾਂ ਕਹਿੰਦੇ ਸਿਸਟਮੈਟਾਈਜ਼ਡ ਕਰਪਸ਼ਨ ਹੋ ਗਈ, ਇੰਸਟੀਟਿਊਸ਼ਨਲਾਈਜ਼ਡ ਜਿਸ ਨੂੰ ਆਪਾਂ ਕਰਪਸ਼ਨ ਕਹਿੰਦੇ ਆ, ਤਾਂ ਉਹ ਬੜੀ ਗੰਭੀਰ ਨਸੂਰ ਦੇ ਰੂਪ ਵਿੱਚ ਹੋ ਗਈ ਹੈ, ਜਿਸ ਨੂੰ ਕਹਿੰਦੇ ਡੀਪ ਰੂਟਡ ਹੋ ਗਈ ਹੋਈ ਹੈ ਸੁਖਵਿੰਦਰ ਜੀ। ਹੁਣ ਇਹ ਆਪਾਂ ਜੇ ਕਹੀਏ ਕਿ ਵੀ ਇਹ ਪ੍ਰੈਜ਼ੈਂਟ ਗਵਰਨਮੈਂਟ ਜਿਹੜੀ ਹੈ ਇਹ ਪਿਕ ਐਂਡ ਚੂਜ਼ ਕਰ ਰਹੀ ਹੈ, ਜਾਂ ਇਹ ਇਹਨਾਂ ਦੀ ਮਨਸ਼ਾ ਇਹੀ ਹੈ ਕਿ ਕਰਪਸ਼ਨ ਜਿਹੜੀ ਆ ਦੂਰ ਕੀਤੀ ਜਾਏ, ਇਹਦੇ ਬਾਰੇ ਕੁਝ ਆਪਾਂ ਨਾ ਪੱਕਾ ਨਤੀਜੇ ਦੇ ਤੌਰ ਤੇ ਨਹੀਂ ਕਹਿ ਸਕਦੇ। ਪਰ ਉਦਾਂ ਮੈਨੂੰ ਲੱਗਦਾ ਇਹ ਹੈ ਕਿ ਜਿਸ ਤਰ੍ਹਾਂ ਦੀ ਜੇ ਆਮ ਆਦਮੀ ਪਾਰਟੀ ਦੀ ਸਿਆਸਤ ਦੇਖੀ ਜਾਏ ਤਾਂ ਉਹ ਇਹੀ ਹੈ ਕਿ ਇਹਨਾਂ ਦਾ ਦੇਖੋ ਦੋ ਹੀ ਗੱਲਾਂ ਹੈਗੀਆਂ, ਇੱਕ ਤੇ ਅਸੀਂ ਐਜੂਕੇਸ਼ਨ, ਹੈਲਥ, ਤੇ ਇੱਕ ਹੈਗਾ ਕਰਪਸ਼ਨ ਫਰੀ। ਯਾਨੀ ਕਿ ਇਹਨਾਂ ਦੇ ਜਿਹਨੂੰ ਕਹੀਏ ਨਾ ਕਿ ਇੱਕ ਮੇਨ ਏਜੰਡਾ ਇਹ ਹੈ ਸਿਆਸਤ ਦੇ ਵਿੱਚ ਵਿਚਰਨ ਦਾ ਔਰ ਲੋਕਾਂ ਵਿੱਚ ਮਕਬੂਲ ਹੋਣ ਦਾ, ਇਹੀ ਹੈਗਾ। ਤੇ ਉਹਦੇ ਵਿੱਚ ਇੱਕ ਏਜੰਡਾ ਇਹਨਾਂ ਦਾ ਜ਼ਰੂਰ ਹੈਗਾ ਕਿ ਅਸੀਂ ਕਰਪਸ਼ਨ ਫਰੀ ਐਡਮਿਨਿਸਟ੍ਰੇਸ਼ਨ ਪ੍ਰਦਾਨ ਕਰਨਾ ਹੈ। ਤੇ ਜਿਸ ਢੰਗ ਨਾਲ ਇਹ ਲੱਗਿਆ, ਹੁਣ ਆਪਾਂ ਨੂੰ ਲੱਗਦਾ ਹੈ ਕਿ ਪੋਲੀਟੀਸ਼ੀਅਨਸ ਦਾ ਵੀ ਹੋਇਆ ਨਾ ਜੀ। ਆਪਾਂ ਇਹ ਸਿਰਫ ਆਪਾਂ ਬਿਊਰੋਕ੍ਰੇਸੀ ਦੀ ਗੱਲ ਆਪਾਂ ਸੁਖਵਿੰਦਰ ਫਾਰ ਅ ਮੋਮੈਂਟ ਇਹਨੂੰ ਛੱਡ ਦਈਏ,
ਤੇ ਆਪਾਂ ਨੂੰ ਤੁਸੀਂ ਦੇਖੋ ਕਿ ਪਿਛਲੇ ਜਿੰਨੇ ਵੀ ਮਹਿਕਮੇ ਦੇ ਮੰਤਰੀ ਆਏ ਹੈ, ਉਹਨਾਂ ਨੂੰ ਹੱਥੇ ਪਾਇਆ ਉਹ ਜ਼ਾਹਰਾ ਤੌਰ ਤੇ ਹੁਣ ਤੱਕ ਦੀਆਂ ਜਿਹੜੀਆਂ ਖਬਰਾਂ ਅਖਬਾਰਾਂ ਵਿੱਚ ਛਾਇਆ ਹੋ ਚੁੱਕੀਆਂ ਹੈ, ਉਹਨਾਂ ਤੋਂ ਲੱਗਦਾ ਹੈ ਕਿ ਵੱਡੇ ਪੱਧਰ ਤੇ ਘਪਲੇ ਹੋਏ ਹੋਏ ਹੈ। ਔਰ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸੱਚ ਹੈ ਕਿ ਇਦਾਂ ਹੀ ਘਪਲੇ ਹੁੰਦੇ ਹੈ। ਹੁਣ ਸਮੱਸਿਆ ਲਾ ਪਾ ਕੇ ਸੁਖਵਿੰਦਰ ਜੀ ਇਹ ਹੈ ਕਿ ਕਰਪਸ਼ਨ ਦੇ ਮਾਮਲਿਆਂ 'ਚ, ਕਿਉਂਕਿ ਮੈਂ ਐਡਮਿਨਿਸਟ੍ਰੇਸ਼ਨ 'ਚ ਖੁਦ ਰਿਹਾ ਹੈ, ਤੇ ਮੈਨੂੰ ਪਤਾ ਹੈ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਾਗਜ਼ਾਂ ਦਾ ਢਿੱਡ ਭਰਿਆ ਜਾਂਦਾ ਹੈਗਾ। ਔਰ ਕਾਗਜ਼ਾਂ ਦੇ ਵਿੱਚ ਜਿਹੜੀ ਹੈ ਨਾ, ਉਹ ਜਦੋਂ ਕਰਪਸ਼ਨ ਕੋਰਟ ਦੇ ਵਿੱਚ ਕੇਸ ਜਾਂਦੇ ਹੈ, ਉਹ ਬਹੁਤੇ ਸਿਰੇ ਨਹੀਂ ਚੜ੍ਹਦੇ। ਉਹਦਾ ਕਾਰਨ ਇਹ ਹੈ ਕਿ ਬਿਊਰੋਕਰੇਸੀ ਜਿਹੜੀ ਹੁਣ ਆਪਾਂ ਜਿਹਦਾ ਜ਼ਿਕਰ ਕਰਦੇ ਹਾਂ, ਬਿਊਰੋਕਰੇਸੀ ਜਿਹੜੇ ਵੱਡੇ ਆਫੀਸਰ ਹਨ, ਉਹ ਇੰਨੇ ਕੁ ਸ਼ਾਤਰ ਹਨ, ਉਹਨਾਂ ਨੂੰ ਪਤਾ ਹੈ ਕਿ ਕਾਗਜ਼ਾਂ ਦੇ ਵਿੱਚ ਰਿਕਾਰਡ ਨੂੰ ਕਿਵੇਂ ਠੀਕ ਰੱਖਣਾ ਹੈ ਤੇ ਆਪਣਾ ਹਿੱਸਾ ਪੱਤੀ ਵੀ ਅਸੀਂ ਲੈਂਦੇ ਰਹਿਣਾ ਹੈਗਾ। ਇਹ ਸੱਚ ਹੈ ਕਿ ਵੱਡੇ ਪੱਧਰ ਤੱਕ, ਆਫੀਸਰ ਤੱਕ, ਮੰਤਰੀ ਤੱਕ ਇਹ ਪੈਸੇ ਹਿੱਸਾ ਪੱਤੀ ਜਾਂਦਾ ਹੈ। ਇਹ ਆਮ ਪਬਲਿਕ ਨੌਲੇਜ ਹੈ, ਇਹ ਆਪਾਂ ਨੂੰ ਮੰਨ ਲੈਣਾ ਚਾਹੀਦਾ ਹੈ। ਇਹਦੇ ਬਾਰੇ ਦੋ ਰਾਵਾਂ ਨਹੀਂ ਹਨ। ਮਸਲਾ ਲਾ ਪਾ ਕੇ ਇਹ ਹੈ ਕਿ ਜਿਹੜਾ ਤੁਸੀਂ ਹੁਣ ਸਵਾਲ ਕੀਤਾ ਕਿ ਕੀ ਹੁਣ ਜਿਹੜੀ ਇਹਨਾਂ ਨੇ ਵਿਜੀਲੈਂਸ ਦੇ ਮਹਿਕਮੇ ਦੇ ਰਾਹੀਂ ਇਹ ਕਾਰਵਾਈ ਇਹਨਾਂ ਨੇ ਆਰੰਭੀ ਹੋਈ ਹੈ, ਇਹ ਪਿਕ ਐਂਡ ਚੂਜ਼ ਦੀ ਤਾਂ ਨਹੀਂ ਲੱਗਦੀ। ਹਮ, ਮੇਰੀ ਜਾਚੇ ਇਹ ਪਿਕ ਐਂਡ ਚੂਜ਼ ਦੀ ਨਹੀਂ ਹੈ, ਇਹ ਜਨਰਲ ਹੈ। ਇਹ ਫਾਰ ਐਗਜ਼ਾਮਪਲ ਕਿ ਕੋਈ ਵੀ ਆਫੀਸਰ ਜਿਹਦੀ ਰੈਪੂਟੇਸ਼ਨ ਇਹੋ ਜੀ ਹੈਗੀ ਹੈ ਕਿ ਉਹ ਪੈਸੇ ਇਕੱਠੇ ਕਰਦਾ ਹੈ, ਔਰ ਇਹ ਆਰਟੀਆਈ ਦੇ ਆਰਟੀਏ ਜਿਸ ਨੂੰ ਆਪਾਂ ਜਿਹਦਾ ਜ਼ਿਕਰ ਲੁਧਿਆਣੇ ਵਾਲਿਆਂ ਦਾ ਕੀਤਾ, ਜਿਹਨਾਂ ਨੂੰ ਉਹਨਾਂ ਨੇ, ਉਹ ਹੁਣ ਉੱਥੇ ਉਹਦੀ ਰੈਪੂਟੇਸ਼ਨ ਲੁਧਿਆਣੇ, ਜਿਹੜੀ ਮੇਰੇ ਕੋਲੇ ਫੀਡਬੈਕ ਹੈਗੀ ਹੈ ਸੁਖਵਿੰਦਰ ਜੀ, ਮੇਰੇ ਦੋਸਤ ਮਿੱਤਰ ਉੱਥੇ ਜਾਣਦੇ ਹੈ, ਉਹ ਵੀ ਇਹੀ ਕਹਿੰਦੇ ਆ ਕਿ ਇਹ ਇੱਥੇ ਆਰਟੀਏ ਆਫਿਸ ਦੇ ਵਿੱਚ ਕਰਪਸ਼ਨ ਸਾਡੇ ਹੈਗੀ ਹੈ। ਔਰ ਇਹ ਆਪਾਂ ਪਟਿਆਲੇ ਦਾ ਤੁਸੀਂ ਇੱਥੇ ਜਾਣਦੇ ਹੋ। ਇਹਦੇ ਬਾਰੇ ਹੁਣ ਆਪਾਂ ਕਿਸੇ ਨੂੰ ਕੀ ਦੋਸ਼ ਦੇਣਾ, ਕਿਉਂਕਿ ਜਦੋਂ ਕੋਈ ਕੇਸ ਆਊ ਉਹਦੇ ਬਾਰੇ ਫਿਰ ਪਬਲਿਕ ਪਰਸੈਪਸ਼ਨ ਕੀ ਹੈ, ਉਹ ਵੀ ਬੜੀ ਮੀਨਿੰਗਫੁਲ ਹੁੰਦੀ ਹੈ। ਸੋ ਪਬਲਿਕ ਪਰਸੈਪਸ਼ਨ ਵੀ ਸੁਖਵਿੰਦਰ ਜੀ ਇਹੀ ਹੈ ਕਿ ਉੱਥੇ ਪੈਸੇ ਦਾ ਲੈਣ ਦੇਣ ਕੀਤਾ ਜਾਂਦਾ ਸੀਗਾ, ਉਹਦੇ ਆਧਾਰ ਤੇ ਹੀ ਲੋਕਾਂ ਦੇ ਕੰਮ ਫਾਈਲਾਂ ਤੁਰਦੀਆਂ ਸੀ, ਉਹਨਾਂ ਨੂੰ ਲਾਇਸੈਂਸ ਮਿਲਦੇ ਸੀ ਜਾਂ ਪਰਮਿਸ਼ਨ ਜਿਹੜੀਆਂ ਵੀ ਮਿਲਣੀਆਂ ਹੁੰਦੀਆਂ ਉਹ ਉਹਨਾਂ ਨੂੰ ਮਿਲਦੀਆਂ ਸੀ। ਸੋ ਮੇਰਾ ਜਵਾਬ ਤੁਹਾਡੇ ਪ੍ਰਸ਼ਨ ਦਾ ਇਹ ਹੈ ਕਿ ਜਿੱਥੋਂ ਤੱਕ ਤੇ ਇਹ ਕੇਸ ਆਰਟੀਏ ਵਾਲੇ ਮਿਸਟਰ ਧਾਲੀਵਾਲ ਦਾ ਹੈਗਾ, ਉੱਥੇ ਲੁਧਿਆਣੇ ਦੇ ਵਿੱਚ ਪਬਲਿਕ ਪਰਸੈਪਸ਼ਨ ਉਹਨਾਂ ਦੇ ਹੱਕ ਵਿੱਚ ਨਹੀਂ ਹੈ। ਉਹ ਇਹੀ ਹੈ ਕਿ ਆਮ ਲੋਕਾਂ ਦੀ ਇਹੀ ਧਾਰਨਾ ਸੀ ਕਿ ਉੱਥੇ ਪੈਸਾ ਚੱਲਦਾ ਹੈ। ਹੁਣ ਗੱਲ ਇਹ ਹੈ ਕਿ ਜਿਹੜਾ ਅੜਿੱਕੇ ਕੋਈ ਆ ਗਿਆ ਉਹ ਗੱਲ ਵੱਖਰੀ ਹੈ, ਪੈਸਾ ਤੇ ਸਾਰੇ ਥਾਂ ਹੀ ਚੱਲਦਾ। ਕੋਈ ਅੜਿੱਕੇ ਆ ਗਿਆ ਜਿੱਥੇ ਕੋਈ ਸ਼ਿਕਾਇਤ ਹੋ ਗਈ, ਉਹਦੀ ਉਹਨਾਂ ਨੇ ਉੱਥੇ ਕਰ ਲਈ ਹੋਈ ਹੈ। ਸੁਖਵਿੰਦਰ ਜੀ, ਇੱਕ ਤੇ ਮੇਰਾ ਜਵਾਬ ਇਹ ਤੁਹਾਡੇ ਪ੍ਰਸ਼ਨ ਦਾ ਇਹ ਹੈ। ਅੱਗੇ ਤੁਸੀਂ ਜੋ ਪ੍ਰਸ਼ਨ ਕਰੋਗੇ ਉਹਦੇ ਬਾਰੇ ਫਿਰ ਆਪਾਂ ਟਿੱਪਣੀ ਕਰ ਲਵਾਂਗੇ ਜੀ। ਬਿਲਕੁਲ ਡਾਕਟਰ ਸਾਹਿਬ, ਇਹ ਜਦੋਂ ਦੀ ਇਹ ਸਰਕਾਰ ਆਈ ਹੈ, ਉਦੋਂ ਤੋਂ ਇਹ ਵੀ ਕਿਹਾ ਜਾਂਦਾ ਹੈ ਕਿ ਚਲੋ ਭ੍ਰਿਸ਼ਟਾਚਾਰ ਤਾਂ ਹੈ, ਪਰ ਰਿਸਕ ਵੱਧ ਗਿਆ, ਇਸ ਕਰਕੇ ਰੇਟ ਵੀ ਵੱਧ ਚੁੱਕੇ ਨੇ ਕਿ ਕਿਹਦਾ ਕਿੰਨਾ ਰੇਟ ਤੈਅ ਕਰਨਾ ਹੈ, ਕਿਉਂਕਿ ਕੋਈ ਪਤਾ ਨਹੀਂ ਕਦੋਂ ਕਿੱਥੇ ਛਾਪਾ ਪੈ ਜਾਏ, ਇਸ ਕਰਕੇ ਉਨੀ ਮੋਟੀ ਰਕਮ ਜਿਹੜੀ ਹੈ ਉਹ ਤਿਆਰ ਰੱਖਣੀ ਪੈਂਦੀ ਹੈ। ਇੱਕ ਹੋਰ ਡਾਕਟਰ ਸਾਹਿਬ ਇਹਦੇ ਵਿੱਚ ਇਹ ਆ ਕਿ ਜਦੋਂ ਮੈਂ ਆਈਏਐਸ ਜਾਂ ਫਿਰ ਆਈਪੀਐਸ ਲੌਬੀ ਦੀ ਗੱਲ ਕਰਦਾ, ਪਿਛਲੇ ਸਮੇਂ ਦੇ ਵਿੱਚ ਜਿਹੜਾ ਕੁਝ ਆਪਾਂ ਨੂੰ ਦੇਖਣ ਨੂੰ ਮਿਲਿਆ, ਜਾਂ ਮੈਂ ਜਿਵੇਂ ਸੁੰਦਰ ਸ਼ਾਮ ਅਰੋੜਾ ਹੁਣਾਂ ਦੇ ਕੇਸ ਦੀ ਗੱਲ ਕੀਤੀ, ਆਈਪੀਐਸ ਲੌਬੀ ਦੇ ਵਿੱਚ ਵੀ ਇਹੋ ਜਿਹੇ ਬੜੇ ਕੇਸ ਪਏ ਨੇ ਜਿਨ੍ਹਾਂ ਦੇ ਉੱਤੇ ਕੁਝ ਕਿਤੇ ਕਾਰਵਾਈ ਹੋਈ ਹੈ, ਤੇ ਬਹੁਤ ਇਹੋ ਜਿਹੇ ਨੇ ਜਿਨ੍ਹਾਂ ਨੂੰ ਲੈ ਕੇ ਹਾਲੇ ਤੱਕ ਕੋਈ ਉਹੋ ਜਿਹਾ ਕਦਮ ਸਰਕਾਰ ਨੇ ਪੁੱਟਿਆ ਨਹੀਂ। ਜਿਸ ਤਰੀਕੇ ਦੇ ਨਾਲ ਇਹ ਸਾਰੀ ਲੌਬੀ ਜਿਹੜੀ ਹੈ ਬਗਾਵਤ ਕਰਦੀ ਹੈ, ਤਾਂ ਸਰਕਾਰ ਨੂੰ ਕਿਸ ਤਰ੍ਹਾਂ ਦਾ ਸਟੈਂਡ ਜਿਵੇਂ ਰੱਖਣਾ ਚਾਹੀਦਾ ਹੈ? ਕਿਉਂਕਿ ਮੈਂ ਸੁਣਦਾ ਹੁੰਦਾ ਕਿ ਸ਼ਾਇਦ ਕੈਰੋਂ ਸਾਹਿਬ ਦੀ ਸਰਕਾਰ ਵੇਲੇ ਇਹੋ ਜਿਹਾ ਕੋਈ ਫੈਸਲਾ ਲਿਆ ਸੀਗਾ ਕਿ ਜਿੰਨੇ ਇਹ ਬਗਾਵਤੀ ਅਫਸਰਸ਼ਾਹੀ ਜਾਂ ਸੀ, ਉਹਨਾਂ ਦੇ ਖਿਲਾਫ ਬਹੁਤ ਸਖਤ ਸਟੈਂਡ ਲਏ ਗਏ ਸੀ। ਸੁਖਵਿੰਦਰ ਜੀ, ਉਹ ਕੈਰੋਂ ਸਾਹਿਬ ਦਾ ਜ਼ਿਕਰ ਤੁਸੀਂ ਜਿਹੜੀ ਕਰਦੇ ਹੋ, ਉਹ ਲੋਅਰ ਲੈਵਲ ਦੀ ਪਟਵਾਰੀਆਂ ਦਾ ਮਸਲਾ ਸੀ ਮੇਨ, ਯਾਨੀ ਕਿ ਰੈਵਨਿਊ ਡਿਪਾਰਟਮੈਂਟ ਦਾ ਹੀ ਸੀਗਾ, ਹਾਇਰ ਅਫੀਸਰ ਦਾ ਨਹੀਂ ਸੀਗਾ। ਉਹ ਹੁਣ ਮਸਲਾ ਹੈਗਾ ਹਾਇਰ ਅਫੀਸਰ ਦਾ, ਯਾਨੀ ਕਿ ਹਾਇਰ ਬਿਊਰੋਕਰੇਸੀ, ਜਿਸ ਨੂੰ ਆਪਾਂ ਆਈਏਐਸ ਜਾਂ ਪੀਸੀਐਸ ਕਹਿੰਦੇ ਆ। ਆਪਾਂ ਇਹਨਾਂ ਨੂੰ ਆਪਾਂ ਹਾਇਰ ਬਿਊਰੋਕਰੇਸੀ ਕਹਿੰਦੇ ਆ। ਔਰ ਤਾਕਤ ਸੱਚ ਇਹ ਹੈ ਸੁਖਵਿੰਦਰ ਜੀ
ਕਿ ਸਹੀ ਮਾਅਨਿਆਂ ਵਿੱਚ ਤਾਕਤ ਇਹਨਾਂ ਕੋਲ ਹੈ, ਸਰਕਾਰ ਇਹ ਚਲਾਉਂਦੇ ਹੈ। ਇਹਨਾਂ ਬਿਨਾਂ ਜਿਹਨੂੰ ਕਹੀਏ ਕਿ ਕੋਈ ਮੰਤਰੀ ਵੀ ਫਾਈਲਾਂ ਤੋਂ ਪਤਾ ਤੁਹਾਨੂੰ ਕਿ ਮੰਤਰੀ ਨੇ ਤੇ ਆਰਡਰ ਕਰਨਾ ਹੁੰਦਾ ਵੀ ਆਹ ਕੰਮ ਹੋਣਾ ਚਾਹੀਦਾ, ਪਰ ਫਾਈਲ ਦੇ ਵਿੱਚ ਜਿੰਨਾ ਚਿਰ ਸੈਕਟਰੀ ਦੇ ਦਸਖਤ ਨਹੀਂ ਹੁੰਦੇ ਆਰਡਰ ਜਾਰੀ ਨਹੀਂ ਹੋ ਸਕਦਾ। ਸਾਰੇ ਆਰਡਰ ਸਕੱਤਰ ਸਾਹਿਬ ਦੇ ਆਦੇਸ਼ਾਂ ਨਾਲ, ਸੰਬੰਧਿਤ ਸਕੱਤਰ ਦੇ ਆਦੇਸ਼ਾਂ ਨਾਲ ਹੁੰਦੇ ਹਨ, ਕਿਉਂਕਿ ਤਾਕਤ ਸਹੀ ਮਾਅਨਿਆਂ ਵਿੱਚ ਉੱਥੇ ਪਈ ਹੋਈ ਹੈ। ਡਿਸੀਜਨ ਮੇਕਿੰਗ ਆਪਾਂ ਨੂੰ ਪਤਾ ਹੈ ਕਿ ਪੋਲੀਟੀਸ਼ੀਅਨ ਕਰਦਾ ਕਿ ਇਸ ਦਿਸ਼ਾ ਵਿੱਚ ਤੁਰਨਾ ਚਾਹੀਦਾ, ਪਰ ਉਸ ਕਾਰਜ ਨੂੰ ਕਿਵੇਂ ਕਰਨਾ ਜਾਂ ਨਹੀਂ ਕਰਨਾ, ਇਹ ਫੈਸਲਾ ਅਲਟੀਮੇਟਲੀ ਬਿਊਰੋਕ੍ਰੇਸੀ ਨੇ ਹੀ ਕਰਨਾ ਹੁੰਦਾ ਹੈ। ਔਰ ਇਹ ਮੈਨੂੰ ਲੱਗਦਾ ਕਿ ਇਹਨੇ ਵੇ ਇਹ ਠੀਕ ਹੁੰਦੀ ਹੈ, ਕਿਉਂਕਿ ਬਿਊਰੋਕ੍ਰੇਸੀ ਦਾ ਕਨਸੈਪਟ ਹੈ ਨਾ ਜਿਹੜਾ ਸੁਖਵਿੰਦਰ ਜੀ, ਇਹ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹਦਾ ਮੋਢੀ ਨਾ ਮੈਕਸ ਵੈਬਰ ਨੂੰ ਮੰਨਿਆ ਜਾਂਦਾ ਹੈ। ਕਨਸੈਪਟ ਹੈ ਨਾ ਜਿਹੜਾ ਬਿਊਰੋਕ੍ਰੇਸੀ ਦਾ, ਉਹਦੇ ਕੁਝ ਨਾ ਇਹ ਪ੍ਰਿੰਸੀਪਲ ਤੈਅ ਕੀਤੇ ਹੁੰਦੇ ਆ ਕਿ ਇਸ ਢੰਗ ਨਾਲ ਜੇ ਗਵਰਨਮੈਂਟ ਦੇ ਜਾਂ ਕਿਸੇ ਵੀ ਅਦਾਰੇ ਦੇ ਕਾਰਜ ਕੀਤੇ ਜਾਣ ਤੇ ਉਹਨਾਂ ਵਿੱਚ ਪਾਰਦਰਸ਼ਤਾ ਵਧੇਰੇ ਆਉਂਦੀ ਹੈ। ਸੋ ਬਿਊਰੋਕ੍ਰੇਸੀ ਦੇ ਵਿੱਚ 3-4 ਗੱਲਾਂ ਜਿਹੜੀਆਂ ਉਹਦੀਆਂ ਚਾਹੀਦੀਆਂ ਮੈਕਸ ਵੈਬਰ ਮੁਤਾਬਕ, ਤਾਂ ਉਹ ਇਹ ਹੈ ਕਿ ਇਹਦੇ ਵਿੱਚ ਕੰਮ ਦੀ ਵੰਡ ਹੋ ਜਾਂਦੀ ਹੈ, ਔਰ ਇਹਦੇ ਵਿੱਚ ਕੋਈ ਨਿੱਜੀ, ਜਿਸ ਨੂੰ ਕਹੀਏ ਨਾ ਕਿ ਆਪਾਂ ਕਹੀਏ ਕਿ ਫੀਲਿੰਗ, ਨਿੱਜੀ ਵਿਚਾਰ ਮੇਰਾ ਕੀ ਹੈ, ਉਹ ਨਹੀਂ ਹੈ। ਰੂਲਸ ਐਂਡ ਰੈਗੂਲੇਸ਼ਨ ਕੀ ਹੈਗੇ ਹੈ, ਔਰ ਕੰਮ ਦੀ ਵੰਡ ਹੋ ਜਾਏ, ਹਾਇਰਾਰਕੀ ਹੋ ਜਾਏ, ਔਰ ਉਸੇ ਕੰਮ ਨੂੰ ਇੱਕ ਤੋਂ ਵੱਧ ਬੰਦਾ ਉਸ ਗੱਲ ਦਾ ਨਿਰੀਖਣ ਕਰੇ, ਸਿਰਫ ਇੱਕ ਬੰਦਾ ਨਾ ਕਰੇ। ਇਸੇ ਕਰਕੇ ਆਪਾਂ ਦੇਖਿਆ ਕਿ ਬਿਊਰੋਕ੍ਰੇਸੀ ਦੇ ਵਿੱਚ ਦਰਜਾ ਬਦਰਜਾ ਜਿਹੜਾ ਹੈ ਫਾਈਲ ਜਦੋਂ ਤੁਰਦੀ ਹੈ ਨਾ ਜੀ ਸੁਖਵਿੰਦਰ ਜੀ, ਤੇ ਉਹਨੂੰ 2-3 ਹੱਥਾਂ ਦੇ ਵਿੱਚੋਂ ਜ਼ਰੂਰ ਲੰਘਣਾ ਪੈਂਦਾ, ਔਰ ਐਕਸਪੈਕਟ ਇਹ ਕੀਤਾ ਜਾਂਦਾ ਹੈ ਕਿ ਜਦੋਂ ਇੱਕ ਨੋਟ ਜਾਂ ਪ੍ਰਪੋਜ਼ਲ ਆ ਜਾਂਦੀ ਹੈ ਤੇ ਉਹਨੂੰ ਸੁਪਰਿੰਟੈਂਡੈਂਟ ਉਹਨੂੰ ਦੇਖਦਾ, ਤੇ ਫਿਰ ਅੱਗੇ ਜਾ ਕੇ ਸੈਕਟਰੀ, ਅਸਿਸਟੈਂਟ ਸੈਕਟਰੀ ਜਿਹੜੇ ਵੀ ਸੰਬੰਧਿਤ ਹਨ ਉਹਨਾਂ ਨੂੰ ਦੁਬਾਰਾ ਦੇਖਦੇ ਆ, ਪੜ੍ਹਦੇ ਆ, ਤੇ ਫਿਰ ਉਹਦੇ ਉੱਪਰ ਨਿਰਣਾ ਲੈਂਦੇ। ਇਹਦਾ ਮਤਲਬ ਇਹ ਹੈ ਕਿ ਉਸ ਮਸਲੇ ਨੂੰ ਇੱਕ ਤੋਂ ਵੱਧ ਬੰਦੇ ਜਿਹੜੇ ਹੈ ਉਹ ਆਪਣਾ ਮਾਈਂਡ ਅਪਲਾਈ ਕਰਦੇ ਆ, ਰੂਲਸ ਐਂਡ ਰੈਗੂਲੇਸ਼ਨ ਨੂੰ ਦੇਖਦੇ ਆ, ਔਰ ਉਹਦੇ ਮੁਤਾਬਕ ਅਲਟੀਮੇਟ ਫੈਸਲਾ ਉਹ ਹੁੰਦਾ। ਯਾਨੀ ਕਿ ਨਿਰਪੱਖ ਹੈ, ਕਿਸੇ ਇੱਕ ਵਿਅਕਤੀ ਦੀ ਰਾਏ ਨਹੀਂ ਚੱਲਦੀ, ਇਹ ਤਵੱਕੋ ਕੀਤੀ ਜਾਂਦੀ ਹੈ ਬਿਊਰੋਕ੍ਰੇਸੀ ਵਿੱਚ। ਇਹ ਹੈਗਾ ਸਿਧਾਂਤ, ਥਿਊਰੀ ਜਿਸ ਨੂੰ ਆਪਾਂ ਕਹੀਏ। ਪਰ ਸੱਚ ਇਹ ਹੈ ਸੁਖਵਿੰਦਰ ਜੀ, ਜੋ ਅਸਲੀ ਵਰਤਾਰਾ ਉਹ ਇਹ ਹੈ ਕਿ ਜੋ ਉੱਪਰੋਂ ਆਦੇਸ਼ ਸਕੱਤਰ ਸਾਹਿਬ ਨੇ ਥੱਲੇ ਦੇ ਦਿੱਤਾ ਕਿ ਬਾਊ ਜੀ ਆਹ ਨੋਟ ਤੁਸੀਂ ਤਿਆਰ ਕਰਕੇ ਦੇ ਦਿਓ, ਉਹਨਾਂ ਨੇ ਉਹੋ ਜਿਹਾ ਨੋਟ ਕਰ ਦੇਣਾ ਤਿਆਰ, ਉਹੋ ਜਿਹੇ ਰੂਲ ਉਹਨਾਂ ਨੇ ਕੋਟ ਕਰ ਦੇਣੇ, ਉਹੋ ਜਿਹੇ ਪ੍ਰੈਸੀਡੈਂਟ ਯਾਨੀ ਕਿ ਪਹਿਲੀਆਂ ਪਿਰਤ ਕੀ ਹੈਗੀ ਹੈ ਉਹ ਕੋਟ ਕਰਦੀਆਂ ਜੀ। ਪਹਿਲਾਂ ਇਹੋ ਜਿਹੇ ਕੰਮਾਂ ਵਿੱਚ ਇਸ ਢੰਗ ਨਾਲ ਇਹ ਆਪਾਂ ਫੈਸਲੇ ਲੈਂਦੇ ਸੀਗੇ, ਉਹਨਾਂ ਨੇ ਉਹ ਨੋਟ ਤਿਆਰ ਕਰ ਦੇਣਾ, ਔਰ ਬਾਕੀ ਸਾਰਿਆਂ ਨੇ ਘੁੱਗੀਆਂ ਹੀ ਮਾਰਨੀਆਂ ਅਖੀਰ ਤੇ ਫਾਈਨਲ ਆਰਡਰ ਤੇ ਘੁੱਗੀ ਜਿਹੜੀ ਹੈ ਉਹ ਸਕੱਤਰ ਸਾਹਿਬ ਦੀ ਵੱਜ ਜਾਣੀ। ਯਾਨੀ ਕਿ ਅਸਲੀਅਤ ਇਹੀ ਹੈ, ਸੱਚ ਇਹੀ ਹੈ। ਯਾਨੀ ਕਿ ਸੈਂਟਰਲਾਈਜ਼ਡ ਹੈ ਜਿਹੜੀ ਥਿਓਰੈਟੀਕਲੀ ਬਿਊਰੋਕ੍ਰੇਸੀ ਦੀ ਫੰਕਸ਼ਨਿੰਗ, ਉਹ ਤਵੱਕੋ ਹੋਰ ਹੈ। ਵਾਸਤਵਿਕ ਰੂਪ ਵਿੱਚ ਜਿਹੜੀ ਹੈਗੀ ਹੈ ਕਿ ਜਦੋਂ ਉੱਪਰੋਂ ਆਦੇਸ਼ ਆ ਜਾਂਦਾ ਹੈ ਕਿ ਇਹ ਕਾਰਜ ਇਸ ਢੰਗ ਨਾਲ ਕਰਨਾ ਹੈ ਜਾਂ ਇਸ ਢੰਗ ਨਾਲ ਕਰਨਾ। ਮੇਰੀ ਜਾਣਕਾਰੀ ਵਿੱਚ ਸੁਖਵਿੰਦਰ ਜੀ ਇਹ ਹੈਗਾ, ਨਿੱਜੀ ਜਾਣਕਾਰੀ, ਕਿਉਂਕਿ ਮੈਂ ਬਿਊਰੋਕ੍ਰੇਸੀ ਦੇ ਨੇੜੇ ਨਾਲ ਵਿਚਰਦਾ ਰਿਹਾ, ਮੇਰੀ ਇਹੋ ਜਿਹਾ ਅਦਾਰੇ 'ਚ ਮੈਂ ਕੰਮ ਕੀਤਾ ਤੇ ਉਹਨਾਂ ਦੇ ਨਾਲ ਸੈਕਟਰੀਏਟ 'ਚ ਮੇਰੇ ਨੇੜਤਾ ਵਿਚਰਦਾ ਰਿਹਾ ਮੈਂ ਮਹਿਕਮਿਆਂ 'ਚ। ਫਾਰ ਐਗਜ਼ਾਮਪਲ ਕੋਈ ਨੋਟ ਤਿਆਰ ਹੋ ਗਿਆ ਥੱਲਿਓਂ ਤੇ ਉਹਦੇ ਵਿੱਚ ਸਾਹਿਬ ਨੂੰ ਮਨਜ਼ੂਰ ਨਹੀਂ ਉੱਪਰ ਵਾਲੇ ਨੂੰ ਕਿ ਇਹ ਨੋਟ ਤੁਸੀਂ ਗਲਤ ਤਿਆਰ ਕੀਤਾ, ਉਹ ਕਹੇਗਾ ਨਹੀਂ ਇਹਨੂੰ ਪਾੜ ਦੇ, ਨਵਾਂ ਨੋਟ ਤਿਆਰ ਕਰਕੇ ਲੈ, ਨਵਾਂ ਨੋਟ ਜਿਸ ਤਰ੍ਹਾਂ ਮੈਂ ਕਹਿੰਦਾ ਉਹ ਜਿਹਾ ਨੋਟ ਤਿਆਰ। ਤਾਂ ਕਹਿਣ ਤੋਂ ਮਤਲਬ ਹੈ ਕਿ ਸਿਧਾਂਤਕ ਰੂਪ ਵਿੱਚ ਜ਼ਿੰਮੇਵਾਰੀ ਸਹੀ ਮਾਅਨਿਆਂ ਵਿੱਚ ਸੈਕਟਰੀ ਦੀ ਹੈਗੀ, ਜਿਹੜਾ ਟਾਪ ਮੋਸਟ ਉੱਪਰ ਬੈਠਾ ਹੈ। ਉਹਦੀ ਜ਼ਿੰਮੇਵਾਰੀ ਨੂੰ ਜੇ ਤੁਸੀਂ ਇਗਨੋਰ ਕਰ ਦਿੰਦੇ ਹੋ ਤੇ ਸਮਝ ਲਓ ਤੁਸੀਂ ਕਰਪਸ਼ਨ ਨੂੰ ਇਗਨੋਰ ਕਰ ਦਿੱਤਾ।
ਜਦੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਮੇਰੇ ਕੋਲ ਤਾਂ ਜੀ ਫਾਈਲ ਇਸ ਢੰਗ ਨਾਲ ਤਿਆਰ ਹੋ ਕੇ ਆਈ, ਥੱਲਿਓਂ ਨੋਟਿੰਗ ਇਹ ਆਈ, ਰਿਕਮੈਂਡੇਸ਼ਨ ਇਹ ਆਈ ਤੇ ਮੈਂ ਉਹਨੂੰ ਪ੍ਰਵਾਨ ਕਰ ਲਿਆ। ਸਹੀ ਮਾਨਿਆਂ ਵਿੱਚ, ਵਾਸਤਵਿਕ ਰੂਪ ਵਿੱਚ ਇਦਾਂ ਸੱਚ ਇਹ ਨਹੀਂ ਹੈ। ਸਹੀ ਮਾਨਿਆਂ ਵਿੱਚ ਇਹ ਹੈ ਕਿ ਉੱਪਰੋਂ ਇਸ਼ਾਰਾ ਆਉਂਦਾ ਹੈ, ਉਹਦੇ ਮੁਤਾਬਕ ਨੋਟ ਤਿਆਰ ਹੁੰਦਾ ਹੈ। ਤਾਂ ਕਹਿਣ ਤੋਂ ਮਤਲਬ ਸੁਖਵਿੰਦਰ ਜੀ ਇਹ ਹੈ ਕਿ ਜਦੋਂ IAS ਜਿਹੜਾ ਟਾਪ ਮੋਸਟ ਆਫੀਸਰ ਹੈ ਜਾਂ ਕਿਸੇ ਦਫ਼ਤਰ ਦਾ ਟਾਪ ਮੋਸਟ ਆਫੀਸਰ ਚਾਹੇ PCS ਬੈਠਾ ਹੋਇਆ, ਕਿ ਜੇ ਉਹਦੇ ਮਤਹਿਤ ਕੋਈ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਹੋਈਆਂ ਔਰ ਉਹਦੀ ਜ਼ਿੰਮੇਵਾਰੀ ਫਿਕਸ ਨਹੀਂ ਹੁੰਦੀ ਤੇ ਇਹ ਅਨਿਆਂ ਹੋਏਗਾ। ਇਹ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ, ਚਾਹੇ ਉਹ ਸਕੱਤਰ ਬੈਠਾ ਹੋਵੇ ਤੇ ਚਾਹੇ RTA ਬੈਠਾ ਹੋਵੇ, ਚਾਹੇ ਪੁਲਿਸ ਦਾ ਕਪਤਾਨ ਬੈਠਾ ਹੋਵੇ, ਚਾਹੇ SHO ਬੈਠਾ ਹੋਵੇ, ਜਿਹੜਾ ਵੀ ਬੈਠਾ ਹੈ ਉੱਥੇ, ਜਿਹੜਾ ਉੱਥੇ ਫੈਸਲੇ ਲੈਣ ਦੇ ਸਮਰੱਥ ਹੈ ਕਾਨੂੰਨੀ ਤੌਰ ਤੇ, ਜੇ ਉਹਦੀ ਜ਼ਿੰਮੇਵਾਰੀ ਫਿਕਸ ਨਹੀਂ ਹੁੰਦੀ, ਲੋਅਰ ਸਟਾਫ ਦੀ ਹੁੰਦੀ ਹੈ ਤੇ ਇਹ ਨਿਆਂ ਨਹੀਂ ਹੁੰਦਾ। ਸੋ ਇਸ ਕਰਕੇ ਮੈਂ ਕਹਾਂਗਾ ਕਿ ਜਿਹੜੀ ਇਹ ਮੂਵ ਚੱਲੀ ਹੋਈ ਹੈ ਕਿ ਇਹਨਾਂ ਨੂੰ ਸਪੇਅਰ ਨਾ ਕੀਤਾ ਜਾਏ, PCS ਨੂੰ, IAS ਨੂੰ, ਸਹੀ ਮਾਨਿਆਂ ਵਿੱਚ ਡਿਸੀਜਨ ਮੇਕਰ ਇਹ ਹੈ, ਇਹਨਾਂ ਨੂੰ ਸਪੇਅਰ ਨਹੀਂ ਕਰਨਾ ਚਾਹੀਦਾ। ਇਹਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ, ਇਹਨਾਂ ਨੂੰ ਜ਼ਦ ਵਿੱਚ ਰੱਖਣਾ ਚਾਹੀਦਾ ਹੈ। ਇਹ ਜ਼ਰੂਰੀ ਹੈ ਮੇਰੇ ਮੁਤਾਬਕ। ਜੇ ਇਹ ਅਸੀਂ ਨਹੀਂ ਕਰਾਂਗੇ ਤੇ ਕਰਪਸ਼ਨ ਸੁਖਵਿੰਦਰ ਜੀ ਰੁਕ ਹੀ ਨਹੀਂ ਸਕਦੀ, ਕਿਉਂਕਿ ਇਹਨਾਂ ਦੀ ਸਰਪ੍ਰਸਤੀ ਬਿਨਾਂ ਕਰਪਸ਼ਨ ਹੁੰਦੀ ਹੀ ਨਹੀਂ। ਜੇ ਆਪਾਂ ਕਹਿ ਦਈਏ ਕਿ ਲੋਅਰ ਸਟਾਫ ਕਰਦਾ ਹੈ ਤੇ ਉੱਪਰ ਵਾਲੇ ਪਾਕ ਸਾਫ ਹੈ, ਇਹ ਸੱਚ ਨਹੀਂ ਹੈ। ਕਰਪਸ਼ਨ ਦਾ ਇਹ ਤਾਣਾ ਬਾਣਾ ਜਿਹੜਾ ਹੈ, ਇਹ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜਾ ਹੈ ਇਹ ਜਾਲ ਬੁਣਿਆ ਹੁੰਦਾ, ਉਹਦੇ ਵਿੱਚ ਸਾਰੇ ਹੀ ਸ਼ਾਮਲ ਹੁੰਦੇ ਆ ਸੁਖਵਿੰਦਰ ਜੀ। ਸੋ ਇਸ ਕਰਕੇ ਮੈਂ ਕਹਿਣਾ ਕਿ PCS ਔਰ IAS ਆਫੀਸਰ ਸਾਹਿਬਾਨ ਜਿਹੜੇ ਹੈਗੇ ਆ, ਉਹਨਾਂ ਨੂੰ ਜ਼ਿੰਮੇਵਾਰ ਜ਼ਰੂਰ ਬਣਾਉਣਾ ਚਾਹੀਦਾ। ਹਾਂ, ਇੱਕ ਗੱਲ ਮੈਂ ਜ਼ਰੂਰ ਇੱਥੇ ਕਹਿਣਾ ਚਾਹੁੰਦਾ, ਉਹ ਇਹ ਹੈ ਜੀ ਕਿ ਆਫਟਰ ਆਲ ਬਿਊਰੋਕ੍ਰੇਸੀ ਦੇ ਵਿੱਚ ਵੀ ਹਾਇਰਾਰਕੀ ਹੁੰਦੀ ਹੈ। ਜ਼ਿੰਮੇਵਾਰ ਦੀ ਆਫਟਰ ਪਦਵੀ ਹੁੰਦੀ ਹੈ, ਇੱਕ ਪ੍ਰੋਟੋਕਾਲ ਵੀ ਹੁੰਦਾ ਹੈ ਕਿ ਹੁਣ ਜਿਹੜਾ ਵਿਜੀਲੈਂਸ ਹੈ, ਵਿਜੀਲੈਂਸ ਦੇ ਜਿਹੜੇ ਆਫੀਸਰ ਨੇ, ਪੁਲਿਸ ਜਿਹੜੀ ਹੈਗੀ ਹੈ, ਜਦੋਂ ਕਿਸੇ ਨੂੰ ਅਰੈਸਟ ਕਰਦੀ ਹੈ ਵੀ ਭਲਾ ਕਿਤੇ ਇਹ ਤਰੀਕਾਕਾਰ ਮੈਨੂੰ ਠੀਕ ਨਹੀਂ ਨਜ਼ਰ ਲੱਗਦਾ, ਕਿਉਂਕਿ ਉਹਦੇ ਵਿੱਚ ਫਿਰ ਹੁੰਦਾ ਇਹ ਹੈ ਕਿ ਪੁਲਿਸ ਮਹਿਕਮਾ ਜਿਹੜਾ ਨਾ ਉਹ ਭਾਰੂ ਹੋ ਜਾਂਦਾ ਹੈ, ਉਹ ਆਪਣੀ ਮਨਮਾਨੀਆਂ ਕਰਨ ਤੇ ਆ ਜਾਂਦਾ ਹੁੰਦਾ ਹੈ। ਇਹ ਜਿਸ ਢੰਗ ਨਾਲ ਇਹ ਕਰਦੇ ਆ, ਇਹ ਤਰੀਕਾਕਾਰ ਠੀਕ ਨਹੀਂ ਹੈ। ਜਦੋਂ ਕਿਸੇ ਨੂੰ ਅਰੈਸਟ ਕਰਨਾ ਹੈਗਾ ਤਾਂ ਉਦੋਂ ਕੋਈ ਨਾ, ਸਿਰਫ ਇਹਨਾਂ ਦੀ ਵਿਜੀਲੈਂਸ ਤੱਕ ਇਹ ਸੀਮਤ ਨਾ ਰਹੇ, ਉਦੋਂ ਕੋਈ ਨਾ ਕੋਈ ਤੁਸੀਂ ਨਾਲ ਕੋਈ ਇਹੋ ਜਿਹੇ ਬੰਦੇ ਨਾਲ ਐਸੋਸੀਏਟ ਕੀਤੇ ਜਾਣੇ ਚਾਹੀਦੇ ਹੈ, ਜਿਨ੍ਹਾਂ 'ਚ ਆਪਾਂ ਕਹਿ ਸਕਦੇ ਹਾਂ ਕਿ ਕੋਈ ਇਹੋ ਜਿਹੀ ਕਮੇਟੀ ਬਣ ਸਕਦੀ ਹੈ ਜਿਹਦੇ ਵਿੱਚ ਨਿਰਪੱਖ ਕਿਸਮ ਦੇ ਬੰਦੇ ਹੋਣ, ਉਹਨਾਂ ਦੇ ਕੋਲ ਇਹ ਤੱਥ ਰੱਖੇ ਜਾਣ ਕਿ ਇਹੋ ਜਿਹਾ ਕੇਸ ਸਾਡੇ ਧਿਆਨ ਵਿੱਚ ਆਇਆ ਹੈ, ਉਹਨਾਂ ਨੂੰ ਕਾਨਫੀਡੈਂਸ਼ਲੀ ਉਹਨਾਂ ਦੇ ਬਾਰੇ ਰਾਏ ਲੈ ਕੇ ਤੇ ਫਿਰ ਐਕਸ਼ਨ ਕਰਨਾ ਚਾਹੀਦਾ। ਜੇ ਤੁਸੀਂ ਸਿਰਫ ਤੇ ਸਿਰਫ ਪੁਲਿਸ ਤੇ ਛੱਡ ਦਿਓਗੇ ਤੇ ਫਿਰ ਹੁੰਦਾ ਇਹੀ ਹੈ ਕਿ ਇੱਕ ਮਹਿਕਮਾ ਜਿਹੜਾ ਨਾ ਉਹ ਫਿਰ ਭਾਰੂ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਡੈਮੋਕ੍ਰੇਸੀ ਦੇ ਵਿੱਚ, ਜਿਸ ਨੂੰ ਆਪਾਂ ਚੈਕਸ ਐਂਡ ਬੈਲੈਂਸਸ ਦੀ ਗੱਲ ਕਰਦੇ ਆ ਨਾ ਜੀ ਸੁਖਵਿੰਦਰ ਜੀ, ਉਹ ਨਹੀਂ ਠੀਕ ਰਹਿੰਦਾ। ਫਿਰ ਚੈਕਸ ਐਂਡ ਬੈਲੈਂਸ ਨਹੀਂ ਰਹਿੰਦੇ। ਕੋਈ ਇੱਕ ਮਹਿਕਮਾ ਜਿਹਨੂੰ ਕਹੀਏ ਪੁਲਿਸ ਨੂੰ ਵਧੇਰੇ ਤਾਕਤ ਦੇ ਦਿਆਂਗੇ, ਵਿਜੀਲੈਂਸ ਨੂੰ ਦੇ ਦਿਆਂਗੇ, ਤੇ ਉਹਦੇ ਨਾਲ ਇਹ ਸੰਭਾਵਨਾ ਇਹ ਰਹਿੰਦੀ ਹੈ ਕਿ ਫਿਰ ਉਹ ਭਾਰੂ ਹੋ ਜਾਂਦਾ ਹੈ। ਇਹ ਕਿਸੇ ਵੀ ਮਹਿਕਮੇ ਨੂੰ ਏਦਾਂ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਕੋਈ ਨਾ ਕੋਈ ਇਹਦਾ ਤਰੀਕਾਕਾਰ ਲੱਭਣ ਦੀ ਲੋੜ ਹੈਗੀ ਹੈ ਕਿ ਇਹ ਨਹੀਂ ਹੈ ਕਿ ਵਿਜੀਲੈਂਸ ਵਾਲਿਆਂ ਨੇ ਜਾ ਕੇ ਜਦੋਂ ਮਰਜ਼ੀ ਕੀਤਾ, ਜਿਹਨੂੰ ਮਰਜ਼ੀ ਅਰੈਸਟ ਕਰ ਲਿਓ, ਕਿਉਂਕਿ ਕੰਪਲੇਂਟ ਜਿਹਦੇ ਮਰਜ਼ੀ ਤੁਸੀਂ ਲੈ ਸਕਦੇ ਹੋ, ਕੰਪਲੇਂਟਸ ਵੀ ਤੇ ਆਉਂਦੀਆਂ ਹੀ ਰਹਿੰਦੀਆਂ ਨਾ। ਸੋ ਇਹ ਨਿਰਪੱਖ ਨਜ਼ਰ ਆਉਣਾ ਚਾਹੀਦਾ। ਨਿਰਪੱਖ ਨਜ਼ਰ ਆਉਣ ਵਾਸਤੇ ਕੋਈ ਨਾ ਕੋਈ ਤਰੀਕਾਕਾਰ ਇਹੋ ਜਿਹਾ ਬਣਾਉਣਾ ਚਾਹੀਦਾ ਹੈ ਕਿ ਜਦੋਂ ਤੁਹਾਡੇ ਨੋਟਿਸ ਵਿੱਚ ਇਹੋ ਜਿਹੀ ਕਰਪਸ਼ਨ ਦੀ ਕੋਈ ਗੱਲ ਆਉਂਦੀ ਹੈ, ਉਸ ਕਰਪਸ਼ਨ ਦੀ ਗੱਲ ਨੂੰ ਤੁਸੀਂ ਆਫਟਰ ਆਲ ਤੁਹਾਡੇ ਕੋਲ ਕਾਗਜ਼ ਆਏ, ਤੁਹਾਡੇ ਕੋਲ ਕੰਪਲੇਂਟ ਆਈ, ਤੁਹਾਡੇ ਕੋਲ ਤੱਥ ਆਏ, ਉਹਨਾਂ ਤੱਥਾਂ ਨੂੰ ਘੋਖਣਾ ਚਾਹੀਦਾ ਤੇ ਸਿਰਫ ਪੁਲਿਸ ਮਹਿਕਮਾ ਨਾ ਘੋਖੇ। ਉਹਦੇ ਨਾਲ ਜਿਹੜੇ ਹੋਰ ਜਾਣਕਾਰ ਬੰਦੇ ਹੁੰਦੇ ਹੈ, ਉਹਨਾਂ ਨੂੰ ਇਨਵੋਲਵ ਕਰ ਲਿਆ ਜਾਏ ਤੇ ਉਹ ਵਧੇਰੇ
ਤਰਕ ਸੰਗਤ ਵੀ ਹੋਏਗਾ ਤੇ ਵਧੇਰੇ ਮੈਨੂੰ ਲੱਗਦਾ ਹੈ ਕਿ ਉਹ ਨਿਆਂ ਸੰਗਤ ਵੀ ਵਧੇਰੇ ਲੱਗੇਗਾ। ਹੁਣ ਇਹ ਪ੍ਰਭਾਵ ਜਾਂਦਾ ਹੈ, ਜ਼ਰੂਰੀ ਨਹੀਂ ਹੈ ਕਿ ਕਿਸੇ ਦੇ ਖਿਲਾਫ ਧੱਕੇ ਨਾਲ ਕੀਤਾ ਗਿਆ, ਪਰ ਇਸ ਤਰ੍ਹਾਂ ਦਾ ਪ੍ਰਭਾਵ ਜ਼ਰੂਰ ਬਣ ਜਾਂਦਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਪਹਿਲਾਂ ਕਿ ਇਹ ਪ੍ਰਭਾਵ ਬਣਦਾ ਹੈ ਕਿ ਪਿਕ ਐਂਡ ਚੂਜ਼ ਕੀਤਾ ਜਾ ਰਿਹਾ, ਕਿਸੇ ਨੂੰ ਤੰਗ ਕੀਤਾ ਜਾ ਰਿਹਾ। ਸੋ ਇਹ ਪ੍ਰਭਾਵ ਦੂਰ ਕਰਨ ਵਾਸਤੇ ਈਵਨ ਵਿਜੀਲੈਂਸ ਵਾਲਿਆਂ ਨੂੰ ਹੀ ਕੋਈ ਵਿਧੀ ਵਿਧਾਨ ਇਹੋ ਜਿਹਾ ਬਣਾਉਣਾ ਚਾਹੀਦਾ ਕਿ ਜਦੋਂ ਕਿਸੇ ਨੂੰ ਅਰੈਸਟ ਕਰਨਾ ਹੈ ਤੇ ਉਹ ਸਿਰਫ ਤੇ ਸਿਰਫ ਵਿਜੀਲੈਂਸ ਉਹਦਾ ਫੈਸਲਾ ਨਾ ਕਰੇ, ਉਹ ਕੋਈ ਕਮੇਟੀ ਜੀ ਇਹੋ ਜਿਹੀ ਬਣ ਜਾਏ ਜਿਨ੍ਹਾਂ ਦੇ ਐਕਸਪਰਟਸ ਹੋਣ ਉਸ ਖੇਤਰ ਦੇ, ਉਹਨਾਂ ਨੂੰ ਨਾਲ ਇਨਵੋਲਵ ਕਰਕੇ ਜੇ ਫੈਸਲਾ ਲਿਆ ਜਾਏ ਤਾਂ ਫਿਰ ਇਹ ਪ੍ਰਭਾਵ ਨਹੀਂ ਬਣੇਗਾ ਸੁਖਵਿੰਦਰ ਜੀ। ਇਹ ਪ੍ਰਭਾਵ ਡੈਮੋਕ੍ਰੇਸੀ ਦੇ ਵਿੱਚ ਔਰ ਨਿਰਪੱਖ ਪ੍ਰਸ਼ਾਸਨ ਦੇ ਹਿੱਤ ਵਿੱਚ ਵੀ ਨਹੀਂ ਹੈ। ਸੋ ਇਹ ਕੋਈ ਨਾ ਕੋਈ ਇਹਦਾ ਯਤਨ ਕਰਨਾ ਚਾਹੀਦਾ ਸੁਖਵਿੰਦਰ ਜੀ। ਜੀ ਡਾਕਟਰ ਸਾਹਿਬ, ਫਿਰ ਤਾਂ ਇਦਾਂ ਆਪਾਂ ਕਹਿ ਸਕਦੇ ਹਾਂ ਕਿ ਜੇ ਹੇਠੋਂ ਲੈ ਕੇ ਉੱਪਰ ਤੱਕ ਰਿਸ਼ਵਤ ਭ੍ਰਿਸ਼ਟਾਚਾਰ ਚੱਲਦਾ ਆ, ਤਾਂ ਜੀ ਇਹ ਸਾਰੇ ਵਿੱਚ ਮੁੱਖ ਮੰਤਰੀ ਦਫ਼ਤਰ ਤੱਕ ਤਾਰਾਂ ਪੂਰੀਆਂ ਜੁੜਦੀਆਂ ਨੇ। ਜੇ ਅਸੀਂ ਉੱਪਰਲੇ ਲੈਵਲ ਦੀ ਗੱਲ ਕਰਦੇ ਹਾਂ ਕਿ ਇੱਥੇ ਤੱਕ ਤਾਂ ਰੁਕਦਾ ਨਹੀਂ, ਤਾਂ ਚੰਡੀਗੜ੍ਹ ਤੱਕ ਜਾਂਦਾ ਹੋਣਾ। ਹੁਣ ਜਿੱਥੋਂ ਤੱਕ ਗੱਲ ਇਹ ਹੈ ਕਿ ਆਈਏਐਸ ਲੌਬੀ ਦੀ ਜਾਂ ਫਿਰ ਜਿਹੜਾ ਆਰਟੀਓ ਨੂੰ ਗ੍ਰਿਫਤਾਰ ਕੀਤਾ ਗਿਆ, ਆਰਟੀਓ ਨੂੰ, ਉਸ ਜੀ ਮਾਮਲੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਪਰਮਿਸ਼ਨ ਕਿਉਂ ਨਹੀਂ ਮਤਲਬ ਕਿ ਲਈ ਗਈ। ਪਰਮਿਸ਼ਨ ਕਿਹੜੀ? ਕਿ ਜੇ ਤਾਂ ਤੁਸੀਂ ਆਈਏਐਸ ਦੇ ਮਾਮਲੇ 'ਚ ਦੇਖਣਾ, ਤਾਂ ਉਹ ਕੇਂਦਰ ਤੱਕ ਤਾਰ ਜੁੜਦੇ ਨੇ ਕਿ ਉੱਥੋਂ ਜਿਹੜਾ ਇੱਕ ਉਹਨਾਂ ਦਾ ਹਰੀ ਝੰਡੀ ਹੋਏਗੀ ਤੇ ਉਸ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਕਰ ਸਕਦੇ ਹੋ। ਉਹਨਾਂ ਨੂੰ ਕਹਿੰਦੇ ਬਾਈਪਾਸ ਕਰ ਦਿੱਤਾ ਜਾਂਦਾ, ਇਸ ਤਰ੍ਹਾਂ ਨਹੀਂ ਕਰ ਰਿਹਾ ਵਿਜੀਲੈਂਸ। ਜਾਂ ਫਿਰ ਹੋਰ ਮਾਮਲਿਆਂ ਦੇ ਵਿੱਚ ਵੀ ਜਦੋਂ ਆਪਾਂ ਦੇਖਦੇ ਹਾਂ ਪੀਸੀਐਸ ਲੌਬੀ ਜਾਂ ਆਈਪੀਐਸ ਲੌਬੀ ਦੇ ਮਾਮਲੇ ਦੇ ਵਿੱਚ, ਤਾਂ ਕਿਹਾ ਜਾਂਦਾ ਰਾਜਪਾਲ ਜਾਂ ਮੁੱਖ ਮੰਤਰੀ ਦਫ਼ਤਰ ਤੱਕ ਜਾਂ ਮੁੱਖ ਸਕੱਤਰ ਤੱਕ ਉੱਥੋਂ ਦੀ ਪਰਮਿਸ਼ਨਾਂ ਨਹੀਂ ਲਈਆਂ ਗਈਆਂ। ਕੀ ਇਹ ਮੈਟਰ ਜਿਹੜਾ ਆ ਇਕੱਲਾ ਸਟੇਟ ਪੱਧਰ ਤੇ ਹੋਣਾ ਚਾਹੀਦਾ ਜਾਂ ਫਿਰ ਉੱਪਰਲੇ ਪੱਧਰ ਤੇ? ਸੁਖਵਿੰਦਰ ਜੀ, ਇਹ ਜਿਹੜੀ ਪਰਮਿਸ਼ਨ ਦੀ ਆ ਨਾ ਜੀ, ਇਹ ਜਦੋਂ ਪ੍ਰੋਸੀਕਿਊਸ਼ਨ ਹੁੰਦੀ ਆ ਨਾ, ਉਸ ਪੱਧਰ ਤੇ ਲੋੜ ਹੁੰਦੀ ਹੈ। ਇਨਕੁਆਇਰੀ ਦੇ ਲੈਵਲ ਤੇ ਇਹਦੀ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਮੈਨੂੰ ਯਾਦ ਹੈ ਕਿ ਮੈਂ ਸਗੋਂ ਸਾਡੇ ਜਦੋਂ ਮੈਂ ਚੇਅਰਮੈਨ ਸੀ ਸਾਡੇ ਖਿਲਾਫ ਵੀ ਉਦੋਂ ਉਹ ਕੇਸ ਹੋ ਗਿਆ ਹੋਇਆ ਸੀਗਾ ਤੇ ਮੈਂ ਉਹ ਸਾਰੇ ਪ੍ਰੋਸੈਸ ਚੋਂ ਨਿਕਲਿਆ। ਤੇ ਉਦੋਂ ਇਹ ਸੀਗਾ ਜਿਹੜੇ ਮੇਰੇ ਮਤਹਿਤ ਸੀ ਜਿਨ੍ਹਾਂ ਦੇ ਖਿਲਾਫ ਉਹ ਕੇਸ ਹੋਇਆ ਤੇ ਉਹ ਪਰਮਿਸ਼ਨ ਮੇਰੇ ਕੋਲੋਂ, ਕਿਉਂਕਿ EMPLOYER ਜਿਹੜਾ ਵੀ EMPLOYER ਹੁੰਦਾ, ਅਥਾਰਟੀ ਹੁੰਦੀ ਹੈ, ਤੇ ਉਹ ਨੋ ਆਬਜੈਕਸ਼ਨ ਲਿਆ ਜਾਂਦਾ ਹੈ ਕਿ ਅਸੀਂ ਇਹਦੇ ਖਿਲਾਫ ਕੀਤਾ ਜਾਂ ਉਹ ਹੁੰਦਾ ਹੋ ਸਕਦਾ। ਪਰ ਉਹ ਪ੍ਰੋਸੀਕਿਊਸ਼ਨ ਵੇਲੇ ਹੁੰਦਾ ਜੀ, ਯਾਨੀ ਕਿ ਜੇ ਇਨਕੁਆਇਰੀ ਵਾਸਤੇ ਤੁਸੀਂ ਕਿਸੇ ਨੂੰ ਅਰੈਸਟ ਕਰਨਾ ਹੈ ਤੇ ਤੁਹਾਡੇ ਕੋਲ ਤੱਥ ਆ ਗਏ ਤੇ ਉਦੋਂ ਜਿਹਨੂੰ ਕਹੀਏ ਕਿ ਪ੍ਰਾਇਰ ਪਰਮਿਸ਼ਨ ਉਹਦੀ ਜ਼ਰੂਰਤ ਨਹੀਂ ਹੈ ਸੁਖਵਿੰਦਰ ਜੀ। ਜਦੋਂ ਕਿਤੇ ਇਹ ਕੇਸ ਪ੍ਰੋਸੈਸ ਹੋ ਕੇ ਕੋਰਟ ਦੇ ਕੋਲ ਜਾਣਾ ਨਾ ਜੀ, ਉਦੋਂ ਹੁੰਦੀ ਹੈ ਕਿ ਅਸੀਂ ਇਹਦੇ ਖਿਲਾਫ ਸਾਨੂੰ ਇਹ ਤੱਥ ਮਿਲ ਗਏ, ਇਹਦੇ ਆਹ ਚੀਜ਼ਾਂ ਹੈਗੀਆਂ, ਸਾਰਾ ਕੇਸ ਤਿਆਰ ਹੁੰਦਾ ਤੇ ਅਸੀਂ ਚਲਾਨ ਪੇਸ਼ ਕਰਨਾ। ਉਹ ਚਲਾਨ ਪੇਸ਼ ਕਰਨ ਵੇਲੇ ਲੋੜ ਹੁੰਦੀ ਹੈ ਸੁਖਵਿੰਦਰ ਜੀ, ਪਹਿਲਾਂ ਨਹੀਂ ਹੁੰਦੀ। ਜੇ ਪਹਿਲਾਂ ਹੋਏ ਤੇ ਫਿਰ ਹੁਣ ਹੱਲ ਇਹੀ ਸਮੱਸਿਆ ਇਹ ਆ ਰਹੀ ਹੈ ਨਾ ਕਿ ਇਹ ਮੇਰੇ ਮੁਤਾਬਕ ਜਿੰਨੀ ਕਿ ਮੇਰੇ ਕੋਲ ਜਾਣਕਾਰੀ ਹੈ ਕਿ ਇਹ ਆਫੀਸਰ ਸਹਿਬਾਨ ਜਾਣ ਬੁੱਝ ਕੇ ਗੱਲ ਨੂੰ ਕਨਫਿਊਜ਼ ਕਰ ਰਹੇ, ਇਦਾਂ ਨਹੀਂ ਹੈ। ਸੱਚ ਇਹ ਹੈ ਕਿ ਜਦੋਂ ਕੋਰਟ ਦੇ ਵਿੱਚ ਜਾਣਾ, ਚਲਾਨ ਪੇਸ਼ ਕਰਨਾ, ਉਹਨਾਂ ਦੇ ਖਿਲਾਫ ਪ੍ਰੋਸੀਕਿਊਸ਼ਨ ਹੋਣੀ ਹੈ, ਉਦੋਂ ਉਹ ਜ਼ਰੂਰ ਪਰਮਿਸ਼ਨ ਚਾਹੀਦੀ ਹੁੰਦੀ ਹੈ, ਕਿਉਂਕਿ ਜਿਹੜੀ ਵੀ ਉਹਨਾਂ ਦਾ ਅਪੁਆਇੰਟਿੰਗ ਅਥਾਰਟੀ ਹੈ ਉੱਥੋਂ ਪਰਮਿਸ਼ਨ ਮਿਲਦੀ ਹੁੰਦੀ ਹੈ। ਪਰ ਹੁਣ ਤੁਸੀਂ ਦੇਖੋ ਕਿ ਜਿਹੜੇ ਵੀ ਕੇਸ ਆਫੀਸਰ ਦੇ ਖਿਲਾਫ ਹੋਇਆ, ਪਰਮਿਸ਼ਨ ਤੇ ਆਈ ਹੈ ਨਾ ਉੱਪਰੋਂ, ਸੈਕਟਰੀ ਸਾਹਿਬ ਦੀ ਵੀ ਆਈ ਆ, ਉੱਪਰੋਂ ਮੰਤਰੀ ਸਾਹਿਬ ਜਿਹੜੇ ਕਿ ਹੁਣ ਚੀਫ ਮਿਨਿਸਟਰ ਹੈਗੇ ਆ, ਕਿਉਂਕਿ ਹੋਮ ਉਹਨਾਂ ਕੋਲੇ, ਵਿਜੀਲੈਂਸ ਉਹਨਾਂ ਕੋਲੇ ਹੈ, ਉਹਨਾਂ ਦੀ ਪਰਮਿਸ਼ਨ ਬਿਨਾਂ ਤੇ ਉਹ ਅਰੈਸਟ ਨਹੀਂ ਸੀ ਹੋ ਸਕਦੇ। ਸੋ ਉਹਦੀ ਮੇਰੇ ਮੁਤਾਬਕ ਲੋੜ ਨਹੀਂ ਹੈ। ਜਿਹੜੀ ਉਹ ਨੋ ਆਬਜੈਕਸ਼ਨ ਹੈਗੀ ਉਹ ਪ੍ਰੋਸੀਕਿਊਸ਼ਨ ਵੇਲੇ ਉਦੋਂ ਹੁੰਦੀ ਹੈ ਕਿ ਕੰਸਰਨਡ ਮਹਿਕਮੇ ਪੀਸੀਐਸ ਹੈ ਤਾਂ ਉਹ ਤਾਂ ਇੱਥੋਂ ਹੀ ਮਿਲ ਜਾਣੀ ਹੈ। ਆਈਏਐਸ ਵਾਲਿਆਂ ਦਾ ਜਿਹੜਾ ਹੈਗਾ ਨਾ ਜੀ, ਉਹ ਸੈਂਟਰ ਤੋਂ ਲੈਣੀ ਪੈਂਦੀ, ਜਿਹੜੀ ਉਹਨਾਂ ਦੀ ਅਪੁਆਇੰਟਿੰਗ ਅਥਾਰਟੀ ਉਹ ਹੁੰਦੀ ਹੈ। ਜੀ ਸੁਖਵਿੰਦਰ ਜੀ। ਜੀ ਬਿਲਕੁਲ। ਇੱਕ ਹੋਰ ਗੱਲ ਡਾਕਟਰ ਸਾਹਿਬ, ਕਿ ਜਦੋਂ ਆਪਾਂ ਮਤਲਬ ਕਿ ਅਫਸਰਸ਼ਾਹੀ ਦੇ ਮਾਮਲੇ 'ਚ ਦੇਖਦੇ ਹਾਂ, ਜਦੋਂ ਸਰਕਾਰ ਨਵੀਂ ਆਈ, ਬੜਾ ਮੰਤਰੀਆਂ ਦੇ, ਸਾਬਕਾ ਮੰਤਰੀਆਂ ਦੇ ਖਿਲਾਫ ਬੜੀਆਂ ਜਾਂਚਾਂ ਵਗੈਰਾ ਖੁੱਲੀਆਂ ਜਾਂ ਚੱਲ ਵੀ ਰਹੀਆਂ ਨੇ ਹੁਣ ਵੀ। ਇਹਦੇ ਸੰਦਰਭ 'ਚ ਕਿਹਾ ਜਾ ਰਿਹਾ ਸੀਗਾ, ਚਰਚਾ ਛਿੜੀ ਕਿ ਜਦੋਂ ਇਹ ਸਾਰੀ ਮਤਲਬ ਕਿ ਜਿੰਨੀ ਵੀ ਜਾਂਚ ਪੜਤਾਲਾਂ ਸੀਗੀਆਂ, ਉਹ ਸਾਰੀਆਂ ਆਮਦਨ ਤੋਂ ਵੱਧ ਜਾਇਦਾਦ ਵਾਲੇ ਕੇਸਾਂ ਵੱਲ ਨੂੰ ਬਦਲੀਆਂ, ਤਾਂ ਇਹ ਹੋਇਆ ਕਿ ਸਰਕਾਰ ਦੇ ਉੱਤੇ ਅਫਸਰਸ਼ਾਹੀ ਦਾ ਦਬਾਅ ਹੈ, ਕਿਉਂਕਿ ਲਗਾਤਾਰ ਸਾਰਾ ਕੁਝ ਅਫਸਰਸ਼ਾਹੀ ਦੇ ਆਲੇ ਦੁਆਲੇ ਘੁੰਮ ਰਿਹਾ ਸੀ।
ਫਿਰ ਜਾ ਕੇ ਕਿਤੇ ਕੋਈ ਸਾਬਕਾ ਮੰਤਰੀ ਜਾਂ ਸਾਬਕਾ ਐਮਐਲਏ ਦਾ ਨਾਮ ਆਉਂਦਾ ਸੀ। ਇਸ ਕਰਕੇ ਇਹਨਾਂ ਨੇ ਆਮਦਨ ਤੋਂ ਵੱਧ ਜਾਇਦਾਦ ਵਾਲੇ ਕੇਸ ਖੋਲ੍ਹੇ ਕਿ ਉੱਥੋਂ ਸਿਰਫ ਉਹ ਮਤਲਬ ਕਿ ਮੰਤਰੀ ਜਾਂ ਉਹ ਐਮਐਲਏ ਜਾਂ ਫਿਰ ਉਹ ਆਗੂ ਫੜਿਆ ਜਾਂਦਾ ਸੀਗਾ, ਜਿਹਦੇ ਬਾਰੇ ਜਾਂਚ ਪੜਤਾਲ ਹੁੰਦੀ ਸੀਗੀ, ਭਾਵੇਂ ਉਹ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਨਾਲ ਹੋਵੇ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸੁਖਵਿੰਦਰ ਜੀ। ਸਵਾਲ ਤੇ ਇਹ ਹੈ ਕਿ ਆਫਟਰ ਆਲ ਜਦੋਂ ਸਰਕਾਰ ਚਲੀ ਗਈ ਤੇ ਫਿਰ ਉਹਨਾਂ ਦੇ ਖਿਲਾਫ ਜੇ ਕੇਸ ਹੋਊਗਾ ਤੇ ਉਹ ਤੇ ਫਿਰ ਇਹੀ ਹੋਏਗਾ ਨਾ ਵੀ ਤੁਸੀਂ ਪੈਸੇ ਇਕੱਠੇ ਕੀਤੇ ਆ ਤੇ ਹੂੰ, ਪੈਸੇ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਇਲੀਗਲ ਜਿਹਨੂੰ ਕਹੀਏ ਐਸੈਟਸ, ਉਹ ਤੁਹਾਡੇ ਐਸੈਟਸ ਤੋਂ ਹੀ ਪਤਾ ਲੱਗੂਗਾ ਨਾ, ਮਤਲਬ ਹੋਰ ਤੇ ਕੋਈ ਹੂੰ, ਤਰੀਕਾ ਹੀ ਨਹੀਂਗਾ। ਤੇ ਉਹ ਤੇ ਆਪਾਂ ਜੇ ਕਿਸੇ ਨੂੰ ਕੇਸ ਕੋਈ ਲਾਂਚ ਕਰਨਾ ਹੈ ਤੇ ਉਹਦੇ ਕੋਲ ਇਹੀ ਤਰੀਕਾ ਹੈ। ਔਰ ਮੇਰੇ ਮੁਤਾਬਕ ਤੇ ਇਹ ਹੈ ਕਿ ਸੱਚ ਇਹ ਹੈ ਕਿ ਹੁੰਦਾ ਹੈ ਨਹੀਂ, ਕਹਿਣਾ ਸੌਖਾ, ਹੁੰਦਾ ਔਖਾ ਬੜਾ ਹੈ। ਮੇਰੇ ਮੁਤਾਬਕ ਇੱਕ ਸਾਰੇ ਹੀ ਸਿਆਸਤਦਾਨ ਤੁਸੀਂ ਲੈ ਲਓ ਕਿ ਜਦੋਂ ਸਿਆਸਤ ਵਿੱਚ ਆਏ ਉਹਨਾਂ ਦੀ ਆਰਥਿਕ ਪੋਜੀਸ਼ਨ ਕੀ ਸੀਗੀ, ਤੇ ਜਦੋਂ ਕਿਤੇ ਉਹ ਮੰਤਰੀ ਰਹੇ, 2-3 ਵਾਰ ਰਹਿ ਗਏ, ਤੇ ਹੁਣ ਉਹਨਾਂ ਦੀ ਆਰਥਿਕ ਪੋਜੀਸ਼ਨ ਕੀ ਹੈ। ਜਦੋਂ ਕਿਤੇ ਇਹਨੂੰ ਸਾਰੇ ਨੂੰ ਸਟੱਡੀ ਕਰਕੇ ਦੇਖੋ, ਅਸੀਂ ਸਾਡੇ ਪੋਲੀਟੀਕਲ ਸਾਇੰਸ ਦੇ ਵਿੱਚ ਨਾ ਇਹਦੇ ਬਾਰੇ ਆਮ ਇਹੀ ਧਾਰਨਾ ਹੈਗੀ ਹੈ ਕਿ ਸਿਆਸਤ ਜਿਹੜੀ ਹੈ ਇਹ ਇੱਕ ਸੇਵਾ ਨਹੀਂ, ਧੰਦਾ ਬਣ ਗਿਆ ਹੋਇਆ ਹੈ, ਪੈਸੇ ਕਮਾਉਣ ਦਾ ਸਾਧਨ ਬਣ ਗਿਆ ਹੋਇਆ ਹੈ। ਇਹ ਪਬਲਿਕ ਪਰਸੈਪਸ਼ਨ ਇਹੀ ਹੈ ਕਿ ਹੂੰ, ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਦੇ ਵਿੱਚ ਸੇਵਾ ਦਾ ਮਾਦਾ ਹੈਗਾ। ਰਾਦਰ ਹੁਣ ਤੇ ਸਗੋਂ ਕਹਿੰਦੇ ਜਿਹਨੇ ਸੇਵਾ ਦਾ ਮਾਦਾ ਕਿਸੇ ਦੇ ਵਿੱਚ ਹੈਗਾ ਨਾ, ਉਹ ਕਿਸੇ ਜਥੇਬੰਦੀ ਦੇ ਵਿੱਚ ਸ਼ਾਮਲ ਨਾ ਹੋਵੇ, ਇੰਡੀਵਿਜੂਅਲ ਤੌਰ ਤੇ ਜੋ ਕਰ ਸਕਦਾ ਆਪਣੀ ਕੰਟਰੀਬਿਊਸ਼ਨ ਕਰੀ ਜਾਏ। ਸੰਸਥਾ ਜੇ ਬਣਾਉਣੀ ਤੇ ਇੰਡੀਵਿਜੂਅਲੀ ਬਣਾ ਦੇ, ਆਪਣੀ 2-4 ਬੰਦੇ ਜਿਹੜੇ ਤੁਹਾਡੇ ਵਾਂਗੂ ਸੋਚਦੇ ਆ, ਹੂੰ, ਤੇ ਉਹਦੇ ਮੁਤਾਬਕ ਉਹ ਗੱਲ ਕਰੀ ਜਾਣ। ਤੇ ਜਦੋਂ ਤੁਸੀਂ ਕਿਸੇ ਵੱਡੀ ਸੰਸਥਾ ਦਾ ਹਿੱਸਾ ਬਣ ਕੇ ਕਾਰਜ ਕਰਦੇ ਹੋ ਨਾ ਸੁਖਵਿੰਦਰ ਜੀ, ਜੀ, ਤੇ ਹੁੰਦਾ ਇਹ ਹੈ ਕਿ ਉਹਦੇ ਵਿੱਚ ਕਰਪਸ਼ਨ ਸ਼ਾਮਲ ਹੋ ਹੀ ਜਾਂਦੀ ਹੈ, ਕਿਉਂਕਿ ਹੂੰ, ਜਿੱਥੇ ਕਿਤੇ ਪੈਸਾ ਆ ਗਿਆ ਉੱਥੇ ਕਰਪਸ਼ਨ ਆ ਜਾਂਦੀ। ਪੋਲਿਟਿਕਸ ਕੀ ਹੈ। ਔਰ ਅੱਗੇ ਜਿਸ ਤਰ੍ਹਾਂ ਮੇਰੀ ਤਾਂ ਧਾਰਨਾ ਹੈ ਸੁਖਵਿੰਦਰ ਜੀ, ਹੋ ਸਕਦਾ ਮੈਂ ਗਲਤ ਹੋਵਾਂ, ਪ੍ਰੈਜੂਡਿਸ ਵੀ ਮੇਰਾ ਹੋ ਸਕਦਾ ਕੋਈ ਹੋਵੇ, ਪਰ ਮੈਂ ਕਿਉਂਕਿ ਅੰਦਰੋਂ ਨੇੜਿਓਂ ਇਹਨਾਂ ਨੂੰ ਦੇਖਿਆ ਹੋਇਆ, ਜਿਹੜੇ ਮਹਿਕਮੇ ਵਿੱਚ ਮੈਂ ਸਭ ਤੋਂ ਵੱਡਾ ਅਧਿਕਾਰੀ ਸੀ, ਤੇ ਜਿਸ ਤਰ੍ਹਾਂ ਦੇ ਮੇਰੇ ਸਕੱਤਰਾਂ ਦੇ ਨਾਲ ਸੰਬੰਧ ਰਹੇ, ਜਿਸ ਤਰ੍ਹਾਂ ਦੀ ਸਰਕਾਰ ਦੇ ਬਾਕੀ ਮੰਤਰੀਆਂ ਨਾਲ ਸੰਬੰਧ ਰਹੇ, ਮੇਰਾ ਨਿੱਜੀ ਤਜਰਬਾ ਇਹ ਹੈ ਕਿ ਇਹ ਸਾਰੇ ਹੀ ਇਨਵੋਲਵਡ ਹੁੰਦੇ ਆ ਇਹਦੇ ਵਿੱਚ। ਕਰਪਸ਼ਨ ਜਿਹੜੀ ਆ ਉਹ ਲੋਅਰ ਲੈਵਲ ਤੇ ਨਹੀਂ, ਉਹ ਹਾਇਰ ਲੈਵਲ ਤੱਕ ਹੁੰਦੀ ਹੈ। ਔਰ ਉਹਦੇ ਬਿਨਾਂ ਜੇ ਨਹੀਂ ਉਹ ਤੁਸੀਂ ਭਾਈਵਾਲ ਉਹ ਬਣਦੇ ਤੇ ਤੁਹਾਡਾ ਕੋਈ ਕਾਰਜ ਤੁਰਨ ਹੀ ਨਹੀਂ ਦਿੰਦੇ। ਟੁੱਚਰਾਂ ਜਿਹਨੂੰ ਆਪਾਂ ਡਾਉਣੀਆਂ, ਕੋਈ ਫਾਈਲ ਹੀ ਨਹੀਂ ਤੋਰਨੀ, ਦੱਬ ਕੇ ਹੀ ਰੱਖ ਦੇਣੀ ਹੈ। ਮੈਂ ਫਾਰ ਐਗਜ਼ਾਮਪਲ ਮੈਂ ਬੋਰਡ ਦੇ ਵਿੱਚ ਰਿਹਾ ਸੀਗਾ, ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਜੇ ਸਪੋਜ਼ ਕਿਸੇ ਸਕੱਤਰ ਦੀ ਜਿਹੜਾ ਕੋਈ ਮੈਂਬਰ ਹੈ, ਜੇ ਉਹਨੂੰ ਅਸੀਂ ਕਾਰ ਹੀ ਨਹੀਂ ਦਿੱਤੀ ਫਾਰ ਐਗਜ਼ਾਮਪਲ, ਜਿਹੜੀ ਕੋਈ ਡਿਜ਼ਰਵ ਨਹੀਂ ਕਰਦਾ, ਅਸੀਂ ਦੇ ਨਹੀਂ ਸਕਦੇ, ਪਰ ਕਿਉਂਕਿ ਜੇ ਤੁਸੀਂ ਉਹਨੂੰ ਕਾਰ ਉਹਨੂੰ ਯੂਜ਼ ਕਰਨ ਵਾਸਤੇ ਨਹੀਂ ਦਿੱਤੀ ਬੋਰਡ ਦੀ ਫਾਰ ਐਗਜ਼ਾਮਪਲ, ਤੇ ਉਹ ਫਾਈਲ ਦੇ ਉੱਪਰ ਬੈਠ ਗਿਆ, ਤੁਹਾਡੀਆਂ ਮੀਟਿੰਗਾਂ ਦੇ ਵਿੱਚ ਟੀਚਰਾਂ ਅੜ ਕੇ ਕੋਈ ਕੰਮ ਹੀ ਨਹੀਂ ਕਰਨ ਦੇਣਾ, ਮਤਲਬ ਸਾਰਾ ਸਟੈਂਡ ਸਟਿਲ ਹੋ ਜਾਂਦਾ। ਜੇ ਉਹਦੀ ਲੋੜ ਪੂਰੀ ਗਰਜ ਪੂਰੀ ਕਰ ਦਿਓ, ਸਭ ਕੁਝ ਠੀਕ ਹੈ ਜੀ, ਸਭ ਕੁਝ ਚੱਲਦਾ ਰਹਿੰਦਾ। ਇਹ ਮੈਂ ਤਾਂ ਆਪਣੇ ਨਿੱਜੀ ਤਜਰਬੇ ਚੋਂ ਗੱਲਾਂ ਕਰ ਰਿਹਾ, ਤੇ ਬਾਕੀ ਸਾਰਿਆਂ ਦੇ ਵਿੱਚ ਇਹ ਗੱਲ ਹੈ ਕਿ ਸੁਖਵਿੰਦਰ ਜੀ ਇਹ ਸਮੱਸਿਆ ਤੇ ਹੈਗੀ ਹੈ। ਪਰ ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਕਿ ਹੁਣ ਮੰਤਰੀਆਂ ਦੇ, ਜਿਨ੍ਹਾਂ ਦੇ ਜਾਂ ਸਾਰਿਆਂ ਦੇ ਕੋਲ ਅਸੈਟਸ ਜ਼ਿਆਦਾ ਹੈਗੇ ਆ, ਉਹਨਾਂ ਦੀ ਅਸੈਟਸ ਤੋਂ ਹੀ ਸਾਨੂੰ ਪਤਾ ਲੱਗੂ ਨਾ ਵੀ ਇਹਨਾਂ ਨੇ ਕਰਪਸ਼ਨ ਕਿੰਨੀ ਕੁ ਕੀਤੀ ਹੈ। ਹੁਣ ਇਹ ਸਮੱਸਿਆ ਲਾ ਪਾ ਕੇ ਇਹ ਹੈ ਕਿ ਆਪਣੇ ਸਿਆਣੇ ਹੋ ਜਾਂਦੇ ਆ, ਸਾਰੇ ਪੋਲੀਟੀਸ਼ੀਅਨ ਵੀ ਸਿਆਣੇ ਹੋ ਜਾਂਦੇ ਆ, ਇਹ ਤਾਂ ਬਿਊਰੋਕਰੇਟ ਤਾਂ ਸਿਆਣੇ ਹੁੰਦੇ ਹੀ ਆ ਨਾ ਜੀ ਸਾਰੇ। ਇਹਨਾਂ ਨੂੰ ਸਭ ਢੰਗ ਤਰੀਕਾ ਹੈਗਾ ਕਿ ਕਾਗਜ਼ਾਂ ਦਾ ਢਿੱਡ ਕਿਵੇਂ ਪੂਰਾ ਕਰਨਾ ਹੈ, ਤੇ ਕਾਗਜ਼ਾਂ ਦਾ ਢਿੱਡ ਭਰ ਕੇ ਅਲਟੀਮੇਟਲੀ ਕੋਰਟਸ ਦੇ ਵਿੱਚ ਜਾ ਕੇ ਕੇਸ ਜਿਹੜੇ ਆ ਨਾ, ਇਹ ਸੁਖਵਿੰਦਰ ਜੀ ਸਿਰੇ ਨਹੀਂ ਚੜ੍ਹਦੇ। ਉੱਥੇ ਬਹੁਤ ਘੱਟ ਸਿਰੇ ਚੜ੍ਹਦੇ ਆ, ਕਿਉਂਕਿ ਕੋਰਟਸ ਦਾ ਪ੍ਰੋਸੀਜਰ ਆਪਾਂ ਨੂੰ ਪਤਾ ਹੈ, ਉਹ ਵੀ ਟੈਕਨੀਕਲ ਜਸਟਿਸ ਹੈਗਾ, ਆਪਾਂ ਨੂੰ ਪਤਾ ਜੋ ਕਾਗਜ਼ਾਂ ਦੇ ਵਿੱਚ ਹੈ ਉਹਦੇ ਆਧਾਰ ਤੇ ਹੋਣਾ, ਸੱਚ ਕੀ ਹੈ ਗਲਤ ਕੀ ਹੈ ਉਹ ਕਾਗਜ਼ਾਂ ਨੂੰ ਫਰੋੜੇ। ਕਈ ਕਿਤੇ ਗਲਤੀ ਜੇ ਕਾਗਜ਼ਾਂ 'ਚ ਨਜ਼ਰ ਆ ਜਾਏ ਸਜ਼ਾ ਹੋ ਜਾਂਦੀ ਹੈ, ਨਹੀਂ ਤੇ ਨਹੀਂ ਹੁੰਦੀ। ਜਿਹੜੀ ਅਸੈਟਸ ਦੀ ਗੱਲ ਤੁਸੀਂ ਕਰਦੇ ਨਾ ਸੁਖਵਿੰਦਰ ਜੀ, ਉਹ ਤਾਂ ਜ਼ਾਹਰਾ ਤੌਰ ਤੇ ਦਿਸ ਰਹੇ ਹੁੰਦੇ ਆ ਨਾ, ਕਿ ਤੁਹਾਡੇ ਕੋਲ ਇੰਨੀ ਜ਼ਮੀਨ ਹੈ, ਤੁਹਾਡੀਆਂ ਇੰਨੀਆਂ ਕੋਠੀਆਂ, ਤੁਹਾਡੇ ਕੋਲ ਇੰਨੀਆਂ ਕਾਰਾਂ, ਤੁਸੀਂ ਇੰਨੀ ਵਾਰ ਸਫ਼ਰ ਕੀਤਾ ਐਂਡ ਆਲ ਦੈਟ, ਉਹ ਤੁਸੀਂ ਜਸਟੀਫਾਈ ਕਰਨਾ ਪੈਂਦਾ ਨਾ ਜੀ। ਤੇ ਉਹ ਬੜਾ ਸੌਖਾ ਤਰੀਕਾ, ਹੋਰ ਕੋਈ ਤਰੀਕਾ ਨਹੀਂਗਾ।
ਜਿਹੜੀਆਂ ਆਪਾਂ ਕਹੀਏ, ਤੇ ਮੇਰੇ ਮੁਤਾਬਕ ਇਹੀ ਤਰੀਕਾ ਹੁੰਦਾ ਜਿਹਦੇ ਰਾਹੀਂ ਤੁਸੀਂ ਪੈਡ ਨੱਪ ਸਕਦੇ ਹੋ ਕਿ ਇਸ ਬੰਦੇ ਨੇ ਇੰਨੀ ਕਰਪਸ਼ਨ ਜਦੋਂ ਇਹ ਮਹਿਕਮੇ 'ਚ ਰਿਹਾ ਜਾਂ ਪਦਵੀ ਤੇ ਰਿਹਾ ਤੇ ਇਹਨੇ ਕਰਪਸ਼ਨ ਕੀਤੀ ਹੋਣੀ ਹੈ, ਤਾਂ ਹੀ ਇੰਨਾ ਪੈਸਾ ਇਹਦੇ ਕੋਲ ਆਇਆ। ਜੀ ਸੁਖਵਿੰਦਰ ਜੀ, ਹਾਂਜੀ। ਜਦ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰਾਂ ਦੀ ਸਰਕਾਰ ਬਣੀ, ਇਹਨਾਂ ਨੇ ਨੰਬਰ ਜਾਰੀ ਕੀਤਾ ਸੀ ਡਾਕਟਰ ਸਾਹਿਬ ਕਿ ਲੋਕ ਸਾਨੂੰ ਭ੍ਰਿਸ਼ਟਾਚਾਰ ਬਾਰੇ ਇਹ ਤੇ ਸ਼ਿਕਾਇਤਾਂ ਦੇਣ। ਉਹਦੇ ਵਿੱਚ ਹੀ ਸਰਾਰੀ ਸਾਹਿਬ ਦੀ ਵੀ ਕਹਿੰਦੇ ਆਡੀਓ ਚਲੀ ਗਈ ਸੀ, ਉਹ ਬਾਅਦ ਦੇ ਵਿੱਚ ਲੀਕ ਹੋ ਕੇ ਬਾਹਰ ਆ ਗਈ, ਰੌਲਾ ਰੱਪਾ ਕਾਫੀ ਪਿਆ। ਪਰ ਇੱਕ ਰਿਪੋਰਟ ਜਿਹੜੀ ਨਵੀਂ ਆਈ ਆ ਉਹ 'ਚ ਦੱਸਿਆ ਕਿ ਤਕਰੀਬਨ ਪਹਿਲੇ ਜਿਹੜੇ 8 ਮਹੀਨੇ ਜਦੋਂ ਸਰਕਾਰ ਬਣੀ, 2022 ਦਾ ਅੰਕੜਾ, ਹੁਣ ਤਾਂ 2023 ਚੜ੍ਹ ਗਿਆ, ਦਿਨ ਕੁਝ ਕੀ ਲੰਘੇ ਨੇ ਚਲੋ, ਪਰ 3 ਲੱਖ ਤੋਂ ਉੱਤੇ ਕਹਿੰਦੇ ਸ਼ਿਕਾਇਤਾਂ ਗਈਆਂ, 172 ਨੂੰ ਸਿਰਫ ਫੜਿਆ ਗਿਆ। ਇਹਨੂੰ ਸਾਰੇ ਨੂੰ ਕਿਸ ਤਰ੍ਹਾਂ ਦੇਖੀਏ ਕਿ 3 ਲੱਖ ਦੀ ਮਤਲਬ ਕਿ ਇੰਨੀ ਵੱਡੀ ਸੰਖਿਆ ਸਰਕਾਰ ਦੇ ਕੋਲ ਪਹਿਲੇ 7-8 ਮਹੀਨਿਆਂ 'ਚ ਹੀ ਆ ਗਈ ਤੇ ਅੱਗੇ ਫੇਰ ਹੋਰ ਆਹ ਸਾਲ ਦੇ ਵਿੱਚ ਹੋਰ ਆ ਜਾਣੀਆਂ, ਤੇ ਕਿਵੇਂ ਛਾਨਣਾ ਲਾਉਣਗੇ ਇਹ ਇਹਨਾਂ ਸਾਰੀਆਂ ਸ਼ਿਕਾਇਤਾਂ ਨੂੰ? ਮਤਲਬ ਕਿ ਸਰਕਾਰ ਜੇ ਪੁੱਛੇ ਕਿ ਸਾਨੂੰ ਦੱਸੋ ਕਿ ਅਸੀਂ ਹੁਣ ਭ੍ਰਿਸ਼ਟਾਚਾਰ ਤੇ ਨੱਥ ਕਿੱਦਾਂ ਪਾ ਲਈਏ, ਅਸੀਂ ਤੇ ਆਪਣੇ ਵੱਲੋਂ ਨੰਬਰ ਵੀ ਦਿੱਤਾ, ਉਹ ਸ਼ਿਕਾਇਤਾਂ ਵੀ ਆ ਗਈਆਂ, ਕੰਮ ਤੇ ਫੇਰ ਉਹੀ ਵਿਜੀਲੈਂਸ ਜਾਂ ਅਫਸਰਸ਼ਾਹੀ ਨਹੀਂ ਕਰਨਾ ਆ। ਸੁਖਵਿੰਦਰ ਜੀ, ਇਹ ਸੀਗਾ ਇੱਕ ਨਾ ਜਿਹਨੂੰ ਕਹੀਏ ਕਿ ਸਾਈਕੋਲੋਜੀਕਲ ਜਿਹਾ ਮਨੋਵਿਗਿਆਨਕ ਪ੍ਰਭਾਵ ਜਿਹਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਰਕਾਰ ਚੁਕੰਨੀ ਹੈ ਭਾਈ, ਜੇ ਤੁਸੀਂ ਇਹੋ ਜਿਹੇ ਕਾਰਜ ਕਰੋਗੇ ਤੇ ਤੁਸੀਂ ਜ਼ਿੰਮੇਵਾਰ ਠਹਿਰਾਏ ਜਾਓਗੇ, ਤੁਹਾਡੇ ਖਿਲਾਫ ਐਕਸ਼ਨ ਹੋ ਸਕਦਾ, ਤੁਹਾਡੇ ਉੱਪਰ ਕੋਈ ਚੈੱਕ ਹੈਗਾ। ਯਾਨੀ ਕਿ ਇਹ ਨਹੀਂ ਹੈ ਕਿ ਜੋ ਤੁਸੀਂ ਮਰਜ਼ੀ ਆਪਣੇ ਢੰਗ ਨਾਲ ਕਰਦੇ ਰਹੋ। ਇਹ ਮਨੋਵਿਗਿਆਨਕ ਪ੍ਰਭਾਵ ਪਿਆ। ਤੁਸੀਂ ਦੇਖਿਆ ਹੋਣਾ ਕਿ ਜਦੋਂ ਇਹ ਉਹਨਾਂ ਨੇ ਇਹ ਐਪ ਜਾਰੀ ਕੀਤੀ ਸੀ ਔਰ ਕੰਪਲੇਂਟਸ ਕੀਤੀਆਂ ਸੀਗੀਆਂ, ਉਦੋਂ ਦਫ਼ਤਰਾਂ ਦੇ ਵਿੱਚ ਕੁਝ ਸਮਾਂ ਬਿਨਾਂ ਰਿਸ਼ਵਤ ਤੋਂ ਕੰਮ ਹੋਣੇ ਸ਼ੁਰੂ ਹੋ ਗਏ ਸੀਗੇ। ਪਰ ਸਮੱਸਿਆ ਲਾ ਪਾ ਕੇ ਹੈ ਕਿ ਮਨੁੱਖੀ ਬਿਰਤੀ ਇੰਨੀ, ਔਰ ਸਾਨੂੰ ਸਾਰਿਆਂ ਨੂੰ ਇੰਨਾ ਕੈਂਸਰ ਇਹ ਕੋੜ ਲੱਗ ਗਿਆ ਹੋਇਆ ਮੇਰੇ ਮੁਤਾਬਕ। ਸਾਡੀ ਸਾਰੀ ਮਨੁੱਖੀ ਬਿਰਤੀ ਜਿਹੜੀ ਹੈ ਨਾ, ਯਾਨੀ ਕਿ ਕਹੋ ਕਿ ਸਾਡਾ ਹੁਣ ਸੱਭਿਆਚਾਰ ਹੀ ਇਹੋ ਜਿਹਾ ਜਿਹਨੂੰ ਕਹੀਏ ਨਾ ਕਿ ਕੰਜ਼ਿਊਮਰ ਕਲਚਰ ਹੋ ਗਿਆ ਹੋਇਆ, ਕਿ ਹਰ ਆਦਮੀ ਜਦੋਂ ਉਹਨੂੰ ਲੱਗਦਾ ਕਿ ਮੈਂ ਦਾ ਲਾ ਲਵਾਂ ਕਿਸੇ ਨਾ ਕਿਸੇ ਤਰ੍ਹਾਂ, ਮੈਂ ਪੈਸੇ ਚਾਰ ਇਕੱਠੇ ਕਰ ਲਾਂ। ਇਹ ਸਮੱਸਿਆ ਸਾਡੀ ਬਣ ਚੁੱਕੀ ਹੋਈ ਹੈ ਸਾਡੇ ਪ੍ਰੈਜ਼ੈਂਟ ਕੰਜ਼ਿਊਮਰ ਕਲਚਰ ਦੀ, ਸੁਖਵਿੰਦਰ ਜੀ। ਔਰ ਇਹਦਾ ਕੁਝ ਛੇਤੀ ਕੀਤੇ ਇਲਾਜ ਹੁੰਦਾ ਨਹੀਂਗਾ। ਜਿਹੜਾ ਅਸੀਂ ਇਲਾਜ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਨਾ ਜੀ ਸੁਖਵਿੰਦਰ ਜੀ, ਉਹਦਾ ਅਲਟੀਮੇਟਲੀ ਹੱਲ ਤੇ ਜਾ ਕੇ ਮਨੁੱਖੀ ਜਿਹਨੂੰ ਕਹੀਏ ਕਰੈਕਟਰ ਤੇ ਹੁੰਦਾ ਕਿ ਕਿਸ ਕਿਸਮ ਦਾ ਹੈ। ਇੱਕ ਬਹੁਤ ਪੁਰਾਣਾ ਅਖਾਣ ਹੈ, who will guard the guards, ਕਿ ਜਿਹੜਾ ਕੋਈ ਰਾਖੀ ਕਰਨ ਵਾਲਾ ਹੈਗਾ, ਉਹਦੇ ਉੱਪਰ ਰਾਖੀ ਕਰਨ ਵਾਲਾ ਕੌਣ ਹੋਏਗਾ, ਫਿਰ ਉਹਦੇ ਉੱਪਰ ਰਾਖੀ ਕਰਨ ਵਾਲਾ ਕੌਣ, ਫਿਰ ਉਹਦੇ ਉੱਪਰ ਕੌਣ ਹੋਏਗਾ। who will guard the guards। ਹੁਣ ਸਮੱਸਿਆ ਸਾਡੀ ਇਹ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕ੍ਰਾਸ ਚੈੱਕ ਕੀਤੀ ਜਾਏ, ਕਿ ਉਹਦੇ ਵਿੱਚ ਜ਼ਿਆਦਾ ਬੰਦੇ ਇਨਵੋਲਵਡ ਹੋਣ, ਰੂਲਸ ਐਂਡ ਰੈਗੂਲੇਸ਼ਨ ਦੇ ਮੁਤਾਬਕ ਕਾਰਜ ਕੀਤੇ ਜਾਣ। ਪਰ ਸੱਚ ਇਹੀ ਹੈ ਕਿ ਰੂਲਸ ਐਂਡ ਰੈਗੂਲੇਸ਼ਨ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਨਾ, ਉਹ ਆਪਣੇ ਢੰਗ ਨਾਲ ਹੁੰਦੀ ਹੈ। ਉਹ ਇੰਨੇ ਸਪਸ਼ਟ ਨਹੀਂ ਹੁੰਦੇ। ਉਹਨਾਂ ਵਿੱਚ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਸੁਖਵਿੰਦਰ ਜੀ ਬਣਦੇ ਹਨ ਜੀ, ਉਹ ਇੰਨੇ ਓਪੇਕ ਕਿਸਮ ਦੇ, ਇੰਨੇ ਜਿਹਨੂੰ ਕਹੋ ਕਿ ਉਹਨਾਂ ਦੀ ਵੱਖ-ਵੱਖ ਵਿਆਖਿਆ ਹੋ ਸਕਦੀ, ਇਹਨੇ ਜਿਹਨੂੰ ਕਿ ਸਪੀਕਿੰਗ ਸਵੈ ਸਿੱਧ ਨਹੀਂ ਹੈ, ਇੰਨੇ ਸਪਸ਼ਟ ਨਹੀਂ ਹੈ ਕਿ ਜਦੋਂ ਪਤਾ ਹੋਵੇ 2 ਦੂਣੀ 4 ਵਾਂਗੂ, ਇਹੋ ਜੀ ਗੱਲ ਹੁੰਦੀ ਨਹੀਂ ਹੈ। ਉਹਦੇ ਥੋੜਾ ਜਿਹਾ ਸਕੋਪ ਜਿਸ ਨੂੰ ਕਹੀਏ ਨਾ ਕਿ ਉਹ ਹੈ ਆ ਜਾਂਦਾ ਹੈ ਕਿ ਤੁਹਾਡੀ ਆਪਣੀ ਇੰਟਰਪ੍ਰੀਟੇਸ਼ਨ ਦਾ, ਤੁਹਾਡੀ ਆਪਣੀ ਡਿਸਕ੍ਰੀਸ਼ਨ ਦਾ। ਹੁਣ ਸਮੱਸਿਆ ਇਹ ਹੈ ਕਿ ਫੈਸਲਾ ਲੈਣ ਵੇਲੇ ਕਿਤੇ ਨਾ ਕਿਤੇ ਜਾ ਕੇ ਤੇ ਫੈਸਲਾ ਲੈਣਾ ਪੈਂਦਾ ਨਾ, ਉੱਥੇ ਜਦੋਂ ਫੈਸਲਾ, ਉੱਥੇ ਡਿਸਕ੍ਰੀਸ਼ਨ ਆ ਜਾਂਦੀ ਹੈ। ਯਾਨੀ ਕਿ ਉਹ ਤੁਹਾਡੇ ਕੋਲ ਆ ਗਏ ਤੱਥ, ਉਹਨਾਂ ਸਾਰੇ ਤੱਥਾਂ ਨੂੰ ਦੇਖ ਕੇ ਅਲਟੀਮੇਟਲੀ ਤੁਸੀਂ ਡਿਸੀਜਨ ਲੈ ਲਿਆ। ਉਹ ਡਿਸਕ੍ਰੀਸ਼ਨ ਜਿੱਥੇ ਐਕਸਰਸਾਈਜ਼ ਹੋ ਗਈ ਹੈ, ਤੇ ਜੇ ਤੇ ਤੁਹਾਡੀ ਬਿਰਤੀ ਸਾਫ਼ ਹੈ ਤੇ ਉਹ ਲੋਕ ਹਿੱਤ ਵਿੱਚ ਫੈਸਲਾ ਹੋ ਜਾਂਦਾ ਹੈ, ਤੇ ਜੇ ਬਿਰਤੀ ਸਾਫ਼ ਨਹੀਂ ਹੈਗੀ ਸੁਖਵਿੰਦਰ ਜੀ, ਤੇ ਉਹ ਲੋਕ ਹਿੱਤ ਵਿੱਚ ਫੈਸਲਾ ਨਹੀਂ ਹੁੰਦਾ, ਉਹ ਨਿੱਜੀ ਹਿੱਤ ਵਿੱਚ ਹੁੰਦਾ, ਜਾਂ ਜਿਹੜੇ ਆਪਾਂ ਨੂੰ ਇੰਟਰਸਟ ਗਰੁੱਪ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਫਾਇਦਾ ਪਹੁੰਚਾਉਣਾ ਚਾਹੁੰਦੇ ਆ, ਉਹਨਾਂ ਦੇ ਫਾਇਦੇ ਵਿੱਚ ਹੋ ਜਾਂਦਾ ਹੈ। ਅਲਟੀਮੇਟਲੀ ਇੱਥੇ ਜਾ ਕੇ ਹੈ। ਸੋ ਮੇਰਾ ਕਹਿਣ ਤੋਂ ਮਤਲਬ ਸੁਖਵਿੰਦਰ ਜੀ ਇਹ ਹੈ ਕਿ ਇਹ ਜੋ ਢੰਗ ਤਰੀਕਾ ਅਡਾਪਟ ਕੀਤਾ ਗਿਆ, ਸਰਕਾਰਾਂ ਕੋਲ ਇਹੀ ਹੁੰਦਾ। ਕੋਈ ਸਰਕਾਰ ਆ ਜਾਏ,
ਚਾਹੇ ਆਪ ਦੀ ਆ ਜਾਏ, ਚਾਹੇ ਅਕਾਲੀਆਂ ਦੀ ਆ ਜਾਏ, ਇੱਥੇ ਪੰਜਾਬ ਦੀ ਗੱਲ ਕਰੀਏ, ਚਾਹੇ ਕਾਂਗਰਸੀਆਂ ਦੀ ਆ ਜਾਏ, ਚਾਹੇ ਬੀਜੇਪੀ ਵਾਲਿਆਂ ਦੀ, ਚਾਹੇ ਕੋਈ ਹੋਰ ਆ ਜਾਏ। ਇਹ ਸਰਕਾਰਾਂ ਕੋਲ ਹੋਰ ਕੋਈ ਤਰੀਕਾ ਨਹੀਂ ਹੈ। ਤਰੀਕਾ ਇਹਦਾ ਹੋਰ ਹੈ, ਸਰਕਾਰਾਂ ਕੋਲ ਨਹੀਂ ਹੈ। ਉਹ ਹੈਗਾ ਕਿ ਜਿਹਨੂੰ ਆਪਾਂ ਕਹਿੰਦੇ ਨੇ ਕਿ ਆਮ ਲੋਕਾਂ ਦੀਆਂ ਜਿਹੜੇ ਹੁੰਦੇ ਨਾ, ਜਿਹੜੇ ਆਪਾਂ ਕਿ ਲੋਕ ਪੱਖੀ ਸੋਚ ਵਾਲੇ ਜਿਹੜੇ ਸਿਆਣੇ ਲੋਕ ਹੈਗੇ ਆ, ਉਹਨਾਂ ਦੀਆਂ ਸੁਤੰਤਰ ਕਮੇਟੀਆਂ ਬਣਨ, ਜਿਹੜੇ ਨਿਰੀਖਣ ਕਰਦੇ ਰਹਿਣ ਹਰ ਮਹਿਕਮੇ ਦੇ ਕਿ ਇਹਦੀ ਫੰਕਸ਼ਨਿੰਗ ਕੀ ਹੈ। ਉਹ ਨਿਰੀਖਣ ਕਰਦੇ ਰਹਿਣ ਔਰ ਉਹ ਸੁਝਾਅ ਦਿੰਦੇ ਰਹਿਣ ਸਰਕਾਰ ਨੂੰ ਸੁਤੰਤਰ ਤੌਰ ਤੇ। ਉਹਦੇ ਨਾਲ ਤੇ ਕੋਈ ਗੱਲ ਠੀਕ ਦਿਸ਼ਾ ਵਿੱਚ ਤੁਰ ਸਕਦੀ ਹੈ। ਪਰ ਜੇ ਆਪਾਂ ਸਰਕਾਰ ਤੇ ਹੀ ਸਭ ਕੁਝ ਛੱਡ ਦਿੰਦੇ ਹਾਂ, ਤੇ ਸਰਕਾਰ ਕੋਲ ਇਹੀ ਸਾਧਨ ਹੈ ਕਿ ਉਹਨਾਂ ਨੇ ਵੀ ਜਿੱਥੇ ਸਾਡੇ ਕੋਲ ਕੰਪਲੇਂਟ ਆਈ, ਉਹ ਕੰਪਲੇਂਟ ਦੇ ਸਾਡੇ ਕੋਲ ਇੱਕ ਤੰਤਰ ਬਣਿਆ ਹੋਇਆ, ਉਹ ਵਿਜੀਲੈਂਸ ਦਾ ਹੈਗਾ। ਜਾਂ ਤੁਸੀਂ ਜੋ ਵੀ ਪ੍ਰੋਸੀਜਰ ਹੈ ਤੁਹਾਡਾ, ਤੁਸੀਂ ਡਿਸਪਲਿਨਰੀ ਐਕਸ਼ਨ ਲੈ ਸਕਦੇ ਹੋ EMPLOYEES ਦੇ ਖਿਲਾਫ। ਜਿਸ ਤਰ੍ਹਾਂ ਤੁਸੀਂ ਅਖਬਾਰ ਦਾ ਆਪਾਂ ਹੁਣੇ ਅੱਜ ਜ਼ਿਕਰ ਵੀ ਕਰ ਰਹੇ ਸੀਗੇ ਕਿ ਉਹ ਦੇਖ ਲਏ ਵੀ ਜਿਹੜੇ ਬੰਦਿਆਂ ਨੇ ਇੰਨੀ ਸੇਵਾ ਹੋ ਗਈ ਹੈ, ਤੇ ਜੇ ਉਹ ਠੀਕ ਕਾਰਜ ਨਹੀਂ ਕਰਦੇ ਤੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾ ਸਕਦਾ ਹੈਗਾ। ਸੋ ਫਿਰ ਉਹ ਹੁੰਦਾ ਡਿਸਪਲਿਨਰੀ ਐਕਸ਼ਨ, ਜਿਸ ਨੂੰ ਆਪਾਂ ਕਹਿੰਦੇ ਆ। ਜਾਂ ਇਹ ਆਪਾਂ ਕ੍ਰਿਮੀਨਲ ਐਕਸ਼ਨ ਜਿਹੜੀ ਆ, ਉਹਨਾਂ ਦੇ ਖਿਲਾਫ ਕ੍ਰਿਮੀਨਲ ਪ੍ਰੋਸੀਜਰ ਆਪਾਂ ਲਾਂਚ ਕਰਦੇ ਆ, ਇਨਕੁਆਇਰੀਜ਼ ਲਾਂਚ ਕਰਦੇ ਹੈਗੇ ਆ। ਸਰਕਾਰਾਂ ਕੋਲ ਇਹੀ ਤਰੀਕਾ ਹੈ, ਸਰਕਾਰਾਂ ਕੋਲ ਕੋਈ ਹੋਰ ਤਰੀਕਾ ਨਹੀਂ ਹੁੰਦਾ। ਇਹਦਾ ਤੇ ਹੱਲ ਸੁਖਵਿੰਦਰ ਜੀ ਉਦੋਂ ਹੀ ਹੋਣਾ ਹੈ ਸਹੀ ਮਾਨਿਆਂ ਵਿੱਚ, ਜਦੋਂ ਲੋਕ ਜਾਗਰੂਕ ਹੋ ਜਾਣਗੇ। ਜਿਹੜੇ ਸੰਬੰਧਿਤ ਮਹਿਕਮਿਆਂ ਬਾਰੇ ਜਾਣਕਾਰ ਹਨ, ਉਹ ਸੁਤੰਤਰ ਰੂਪ ਵਿੱਚ ਉਹਦਾ ਨਿਰੀਖਣ ਕਰਦੇ ਰਹਿਣ। ਜੇ ਉਹ ਨਿਰੀਖਣ ਕਰਦੇ ਰਹਿਣ ਤੇ ਫਿਰ ਮੀਡੀਆ, ਤੁਹਾਡੇ ਵਰਗੇ ਸੱਜਣ ਹਨ, ਉਹਨਾਂ ਦੇ ਵਿੱਚ ਗੱਲ ਸਾਹਮਣੇ ਆਉਂਦੀ ਰਹੇ, ਤੇ ਫਿਰ ਉੱਤੇ ਕੁਝ ਰੁਕਾਵਟ ਲੱਗ ਸਕਦੀ ਹੈ। ਇਹ ਜੇ ਆਪਾਂ ਕਹੀਏ ਕਿ ਖਤਮ ਹੋ ਸਕਦਾ ਹੈ, ਇਹਦੀ ਸੰਭਾਵਨਾ ਬਿਲਕੁਲ ਨਹੀਂ। ਇਹ ਮਨੁੱਖੀ ਸੁਭਾਅ ਦਾ ਹਿੱਸਾ ਹੈ, ਔਰ ਕੰਜ਼ਿਊਮਰ ਕਲਚਰ ਹੈ ਜਿਹੜਾ, ਉਹ ਸਾਡੇ ਸਾਰਿਆਂ ਵਿੱਚ ਹੈਗਾ। ਇਹ ਕੰਜ਼ਿਊਮਰ ਕਲਚਰ ਜਿਹੜਾ ਅਲਟੀਮੇਟਲੀ ਰੂਟ ਕਾਜ਼ ਇਹਦਾ ਇਹ ਹੈ ਸੁਖਵਿੰਦਰ ਜੀ। ਔਰ ਖਾਸ ਕਰਕੇ ਇਹ ਹੈ ਕਿ ਜਦੋਂ ਦੀ ਹੁਣ ਅਸੀਂ ਕਾਰਪੋਰੇਟਰ ਲਿਬਰਲ ਇਕੋਨਮੀ ਅਡਾਪਟ ਕਰ ਲਈ ਹੋਈ ਹੈ ਨਾ, ਪ੍ਰਾਈਵੇਟਾਈਜੇਸ਼ਨ ਦੀ, ਤੇ ਉਹਦੇ ਵਿੱਚ ਪੈਸਾ ਸਾਰਾ ਪਿਆ ਹੋਇਆ, ਬਹੁਤ ਸਾਰਾ। ਉਹ ਪੈਸਾ ਦਾ ਲਾਲਚ ਇੰਨਾ ਚੰਦਿਆ ਦਿੰਦਾ ਹੈ ਜਿਹੜਾ ਫੈਸਲਾ ਲੈਣ ਵਾਲਾ ਹੈਗਾ ਨਾ ਜੀ, ਉਹ ਇੰਨਾ ਕੁ ਮਾਰਲ ਫਾਈਬਰ ਇੰਨਾ ਮਜ਼ਬੂਤ ਹੋਏ, ਕਰੈਕਟਰ ਇੰਨਾ ਮਜ਼ਬੂਤ ਹੋਏ, ਉਹ ਆਪਾਂ ਕਹੀਏ ਕਿ ਬਹੁਤ ਸਾਰੇ ਮਨੁੱਖਾਂ ਤੋਂ ਆਸ ਰੱਖੀਏ, ਸ਼ਾਇਦ ਇਹ ਸੰਭਵ ਨਹੀਂ ਹੁੰਦਾ। ਸੋ ਕਹਿਣ ਤੋਂ ਮੇਰਾ ਮੁਰਾਦ ਇਹੀ ਹੈ ਸੁਖਵਿੰਦਰ ਜੀ, ਕਿ ਇਹਦੇ ਵਿੱਚ ਸਾਨੂੰ ਜਨਤਕ ਤੌਰ ਤੇ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਬੈਲੈਂਸ ਤਾਂ ਹੀ ਹੁੰਦਾ ਕਿ ਸਰਕਾਰ ਦੇ ਉੱਪਰ ਵੀ ਸਭ ਤੋਂ ਵੱਡਾ ਚੈੱਕ ਜਿਹੜਾ ਹੈ, ਉਹ ਪਬਲਿਕ ਓਪੀਨੀਅਨ ਦਾ। ਆਮ ਤੌਰ ਤੇ ਕਿਹਾ ਜਾਂਦਾ ਨਾ ਕਿ ਡੈਮੋਕ੍ਰੇਸੀ ਦਾ ਜਿਹੜਾ ਮੁੱਲ ਹੈ ਨਾ ਜੀ, ਔਰ ਉਹਦਾ ਆਧਾਰ ਹੈ, ਉਹ ਜਾਗਰੂਕ ਸਿਟੀਜ਼ਨਰੀ ਹੈ। ਜੇ ਸਿਟੀਜ਼ਨਰੀ, ਆਮ ਨਾਗਰਿਕ ਜਾਗਰੂਕ ਨਹੀਂ ਹੈ ਨਾ ਜੀ, ਤੇ ਫਿਰ ਲੋਕਤੰਤਰ ਦੀ ਕਾਰਗੁਜ਼ਾਰੀ ਵੀ ਉਹੋ ਜੀ ਹੋਏਗੀ ਜਿਹੋ ਜੀ ਸਾਡੇ ਸਾਹਮਣੇ ਆ ਰਹੀ ਹੋਈ ਹੈ। ਜਿੱਥੋਂ ਤੱਕ ਤੁਸੀਂ ਸਰਾਰੀ ਹੋਣਾ ਦੀ ਗੱਲ ਕੀਤੀ ਸੀ ਸੁਖਵਿੰਦਰ ਜੀ, ਜਾਂ ਇਹਨਾਂ ਦੇ ਸਿੰਗਲਾ ਸਾਹਿਬ ਦਾ ਜ਼ਿਕਰ ਕੀਤਾ ਸੀਗਾ, ਇਹਨਾਂ ਨੇ ਆਪਣਾ ਨੁਕਸਾਨ ਇਸ ਕਰਕੇ ਕਰਵਾ ਲਿਆ ਕਿ ਸਰਾਰੀ ਹੋਣਾ ਨੂੰ ਜੇ ਤੇ ਇਹ ਉਦੋਂ ਹੀ ਹਟਾ ਦਿੰਦੇ, ਜਿਸ ਤਰ੍ਹਾਂ ਇਹਨਾਂ ਨੇ ਸਿੰਗਲਾ ਸਾਹਿਬ ਤੇ ਐਕਸ਼ਨ ਲਿਆ ਸੀਗਾ, ਸਰਾਰੀ ਸਾਹਿਬ ਨੂੰ ਉਦੋਂ ਹੀ ਹਟਾ ਦਿੰਦੇ, ਤੇ ਫਿਰ ਇਹਨਾਂ ਦੀ ਇਸ ਸਰਕਾਰ ਦਾ ਇਹ ਪ੍ਰਭਾਵ ਬਣਨਾ ਸੀਗਾ ਕਿ ਠੀਕ ਹੈ ਕਿ ਇਹ ਕਰਪਸ਼ਨ ਦੇ ਖਿਲਾਫ ਹਨ, ਤੇ ਆਪਣੇ ਹੀ ਮੰਤਰੀਆਂ ਦੇ ਖਿਲਾਫ ਐਕਸ਼ਨ ਲੈ ਰਹੇ ਆ। ਹੁਣ ਸੱਚ ਤੇ ਇਹੀ ਤੁਹਾਡੇ ਸਾਹਮਣੇ, ਸਾਰਿਆਂ ਦੇ ਸਾਹਮਣੇ ਹੈ ਕਿ ਸਰਾਰੀ ਸਾਹਿਬ ਨੂੰ ਇੰਨੇ ਸਮੇਂ ਬਾਅਦ ਹਟਾਇਆ, ਤੇ ਸਿੰਗਲਾ ਸਾਹਿਬ ਦਾ ਕੇਸ ਉਦਾਂ ਹੀ ਉਦਾਂ ਪਿਆ, ਕਿ ਉਹ ਲੋਕਾਂ ਨੂੰ ਸੱਚ ਹੀ ਨਹੀਂ ਸਮਝ ਆ ਰਿਹਾ ਵੀ ਉਹਨਾਂ ਨੂੰ ਹਟਾਇਆ ਕਿਉਂ। ਜੇ ਉਹਨਾਂ ਨੂੰ ਤੁਸੀਂ ਉਸੇ ਹੀ ਤਰ੍ਹਾਂ ਮਾਣ ਇੱਜ਼ਤ ਦੇਣੀ ਹੈ,
ਔਰ ਉੱਦਾਂ ਹੀ ਉਹ ਪਬਲਿਕ ਤੌਰ ਤੇ ਤੁਹਾਡੀ ਪਾਰਟੀ ਦੇ ਐਮਐਲਏ ਦੇ ਤੌਰ ਤੇ, ਪਾਰਟੀ ਦੇ ਕਾਰਕੁਨ ਦੇ ਤੌਰ ਤੇ ਵਿਚਰ ਰਹੇ ਹੈ, ਔਰ ਮੰਤਰੀ ਸਾਹਿਬ, ਸਪੀਕਰ ਸਾਹਿਬ, ਚੀਫ ਮਿਨਿਸਟਰ ਸਾਹਿਬ ਉਹਨਾਂ ਨਾਲ ਇੰਟਰੈਕਟ ਕਰਦੇ ਹੈ, ਔਰ ਉਹਨਾਂ ਦੀ ਫਾਈਲ ਦੱਬ ਕੇ ਰੱਖੀ ਹੋਈ ਹੈ। ਤੇ ਇਹਦਾ ਮਤਲਬ ਤੇ ਇਹ ਹੋ ਗਿਆ ਕਿ ਤੁਸੀਂ ਵੀ ਪੱਖਪਾਤੀ ਹੋ ਗਏ ਹੋ। ਆਪਣੇ ਜਿਹੜੇ ਮੰਤਰੀਆਂ ਪ੍ਰਤੀ ਤੁਹਾਡਾ ਸਾਫਟ ਦ੍ਰਿਸ਼ਟੀਕੋਣ ਹੈਗਾ, ਐਟੀਟਿਊਡ ਹੈਗਾ, ਵਿਰੋਧੀਆਂ ਦੇ ਖਿਲਾਫ ਤੁਸੀਂ ਸਖਤ ਹੋ ਗਏ ਹੋ। ਇਹ ਨਿਆਂਪੂਰਨ ਨਹੀਂ ਹੈ। ਸੋ ਇਸ ਤਰ੍ਹਾਂ ਦਾ ਪ੍ਰਭਾਵ ਸੁਖਵਿੰਦਰ ਜੀ ਇਸ ਮਸਲੇ 'ਚ ਬਣਦਾ ਜੀ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਤੁਹਾਡਾ ਜੀ। ਮੈਨੂੰ ਲੱਗਦਾ ਲੰਬਾ ਹੋ ਗਿਆ ਥੋੜਾ ਜਿਹਾ ਅੱਜ। ਹਾਂਜੀ ਹਾਂਜੀ, ਸਮਾਂ ਸੀਮਤ ਹੋਣ ਕਰਕੇ ਇਸ ਕਰਕੇ ਖਬਰਾਂ ਕੁਝ ਇੱਥੇ ਹੀ ਅਸੀਂ ਵਿਰਾਮ ਦਿੰਦੇ ਆ। ਕੋਸ਼ਿਸ਼ ਕਰਾਂਗੇ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਪੰਜਾਬ ਦੇ ਵੱਖ-ਵੱਖ ਮੁੱਦਿਆਂ ਉੱਤੇ ਚਰਚਾ ਕਰੀਏ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।